आप लिहो तुम कथा सुधार। ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਸਵਈਆ। ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨ ਆਨੈ। ਪੂਰਨ ਪ੍ਰੇਮ ਪ੍ਰੀਤ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ। ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਨੈਕ ਪਛਾਨੈ। ਪੂਰਨ ਜੋਤ ਜਗੈ ਘਟ ਮੈਂ, ਵਾਹਿਗੁਰੂ। ਤਬ ਖਾਲਸ ਤਾਹੇ ਨ ਖਾਲਸ ਜਾਣੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਬੜੀਆਂ ਬਖਸ਼ਿਸ਼ਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤੀਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਪ੍ਰਕਾਸ਼ ਉਤਸਵ ਸੰਗਤਾਂ ਨੇ ਬੜੀ ਭਾਵਨਾ ਸ਼ਰਧਾ ਨਾਲ ਇਸ ਸਥਾਨ ਤੇ ਮਨਾਇਆ। ਵਿਸ਼ਵ ਭਰ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਭਾਵੇਂ ਕਿਸੇ ਨਗਰ 'ਚ ਇਕੱਲਾ ਸਿੱਖ ਬੈਠਾ ਹੈ, 1.25 ਲੱਖ ਫੌਜ ਹੈ, ਤਾਂ ਵੀ ਗੁਰੂ ਸਾਹਿਬ ਦਾ ਗੁਰਪੁਰਬ ਮਨਾਉਂਦੇ। ਐਸੇ ਕਈ ਸ਼ਹਿਰ, ਐਸੇ ਨਗਰ ਹਨ, ਇੰਡੀਆ ਵਿੱਚ ਵੀ ਹਨ। ਅਸੀਂ ਸ੍ਰੀ ਹਜ਼ੂਰ ਸਾਹਿਬ ਜੀ ਦੀ ਯਾਤਰਾ ਵਿੱਚ ਕਈ ਵਾਰ ਐਸੇ ਨਗਰਾਂ 'ਚ ਦੇਖਿਆ ਵੀ ਇੱਕੋ ਇੱਕ ਘਰ ਹੈ, ਪਰ ਮਹਾਰਾਜ ਦੀ ਇੰਨੀ ਕਿਰਪਾ ਵੀ ਸਾਰੇ ਸ਼ਹਿਰ ਨੂੰ ਲੰਗਰ ਛਕਾ ਦਿੰਦੇ। ਇਕੱਲਾ ਹੀ ਪਰਿਵਾਰ ਤੇ ਸਾਰੇ ਸ਼ਹਿਰ ਨੂੰ ਲੰਗਰ ਛਕਾ ਦੇ। ਇਹ ਗੁਰੂ ਨਾਨਕ ਦੀ ਵਡਿਆਈ ਹੈ। ਸਾਰਿਆਂ ਨੇ ਖੁਸ਼ੀਆਂ ਲਈਆਂ ਨੇ ਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ। ਔਰ ਅੱਜ ਦੇ ਦੀਵਾਨ ਵਿੱਚ ਵੀ ਅੰਮ੍ਰਿਤ ਵੇਲੇ ਤੋਂ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੁਰੂ ਕੀ ਬਾਣੀ ਦਾ ਕੀਰਤਨ ਹੋ ਰਿਹਾ ਸੀ। ਹੁਣੇ ਹੀ ਆਪਾਂ ਸਾਰਿਆਂ ਨੇ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਨਾਮ ਅਭਿਆਸ ਸਰਵਣ ਕੀਤਾ। ਸਾਰੀ ਸੰਗਤਾਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰ ਰਹੀਆਂ ਸਨ। ਭਾਈ ਗੁਰਦਾਸ ਜੀ ਦਾ ਬਚਨ ਹੈ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਤੂ ਤੂ ਕਰਤਾ ਤੂ ਹੁਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਨਾਮ ਜਪਣ ਨਾਲ ਕੀ ਲਾਭ ਹੁੰਦਾ? ਜੀਵ ਦੀ ਹਉਮੈ ਮਿਟਦੀ ਹੈ। ਜਦੋਂ ਹਉਮੈ ਮਿਟਦੀ ਹੈ ਤੇ ਜੀਵ ਆਤਮਾ ਪਰਮਾਤਮਾ 'ਚ ਰਲ ਜਾਂਦੀ ਹੈ। ਪਰਮੇਸ਼ਰ ਔਰ ਜੀਵ ਦੇ ਵਿੱਚ ਫਰਕ ਸਿਰਫ ਹਉਮੈ ਦਾ ਹੀ ਹੈ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਨਾਮ ਜਪਣ ਨਾਲ ਹਉਮੈ ਦਾ ਨਾਸ ਹੁੰਦਾ ਹੈ। ਗੁਰਦੇਵ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਨੇ, ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਬਸੈ ਇੱਕ ਠਾਏ। ਜਿੱਥੇ ਮੈਂ ਹੈ ਉੱਥੇ ਤੂੰ ਨਹੀਂ, ਜਿੱਥੇ ਤੂੰ ਹੈ ਉੱਥੇ ਮੈਂ ਨਹੀਂ। ਜੋ ਨਾਮ ਹੈ ਇਹ ਤੂੰ ਤੂੰ ਕਰਨਾ ਸਿਖਾ ਦਿੰਦਾ। ਵਾਹਿਗੁਰੂ ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਹੈ। ਕਲਗੀਧਰ ਪਾਤਸ਼ਾਹ ਨੇ ਸ੍ਰੀ ਅਕਾਲ ਉਸਤਤ ਵਿੱਚ ਜਾਪ ਕੀਤਾ, ਜਲਸ ਤੂੰ ਹੀ, ਥਲਸ ਤੂੰ ਹੀ, ਬਿਰਛਸ ਤੂੰ ਹੀ, ਪਤਸ ਤੂੰ ਹੀ, ਅਰਦਸ ਤੂੰ ਹੀ, ਉਰਦਸ ਤੂੰ ਹੀ, ਜ਼ਿਮੀ ਤੂੰ ਹੀ, ਜ਼ਮਾਂ ਤੂੰ ਹੀ, ਮਕੀ ਤੂੰ ਹੀ, ਮਕਾਨ ਤੂੰ ਹੀ, ਸਭ ਤੂੰ ਹੀ ਹੈ। ਜਦੋਂ ਤੂੰ ਹੀ ਨਜ਼ਰ ਆ ਜਾਵੇ, ਮੈਂ ਰਹਿੰਦੀ ਨਹੀਂ। ਤੇ ਬੜੀ ਸੂਖਮ ਜੀ ਖੇਡ ਹੈ, ਗੱਲਾਂ ਬਾਤਾਂ ਨਾਲ ਨਹੀਂ ਹੁੰਦੀ। ਗੁਰੂ ਕਿਰਪਾ ਬਹੁਤ ਜ਼ਰੂਰੀ ਹੈ। ਮਹਾਰਾਜ ਦੇ ਚਰਨਾਂ 'ਚ ਆਪਾਂ ਬੈਠੇ, ਨਾਮ ਜਪਿਆ। ਹੁਣ ਇਸ ਅਸਥਾਨ ਦੇ ਪ੍ਰਬੰਧਕ ਸਾਹਿਬਾਨਾਂ ਨੇ ਔਰ ਗੁਰੂ ਕੀਆਂ ਸੰਗਤਾਂ ਨੇ ਇੱਕ ਫੁਰਨਾ ਕੀਤਾ ਸੀ ਕਿ ਕਲਗੀਧਰ ਪਿਤਾ ਜੀ ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਜੋ 33 ਸਵਈਏ ਉਚਾਰਨ ਕੀਤੇ ਹਨ, ਇਹਨਾਂ ਦਾ ਪਾਠ ਤੇ ਇਹਨਾਂ ਦੀ ਕਥਾ ਸਰਵਣ ਕੀਤੀ ਜਾਵੇ। ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਪਜੀ ਸਾਹਿਬ ਦਾ ਮਹਾਤਮ ਹੈ, ਇਸੇ ਤਰ੍ਹਾਂ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਜਾਪ ਸਾਹਿਬ ਦਾ ਮਹਾਤਮ ਹੈ। ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਖਮਨੀ ਸਾਹਿਬ ਦਾ ਮਹਾਤਮ ਹੈ,
ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਅਕਾਲ ਉਸਤਤ ਦਾ ਮਹਾਤਮ ਹੈ। ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ 12ਵਾਂ ਹੈ, ਦਸਮ ਦੇ ਵਿੱਚ ਵੀ 12ਵਾਂ ਹੈ। ਔਰ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 40 ਪੌੜੀਆਂ ਆਨੰਦ ਸਾਹਿਬ ਜੀ ਦਾ ਮਹਾਤਮ ਹੈ, ਇਸੇ ਤਰ੍ਹਾਂ ਦਸਮ ਪਾਤਸ਼ਾਹ ਜੀ ਦੀ ਬਾਣੀ ਵਿੱਚ ਇਹਨਾਂ 33 ਸਵਈਆਂ ਦਾ ਮਹਾਤਮ ਮੰਨਿਆ ਜਾਂਦਾ। ਇਹਨਾਂ 33 ਸਵਈਆਂ ਨੂੰ ਸ੍ਰੀ ਦਸਮ ਦਾ ਆਨੰਦ ਹੀ ਮੰਨਿਆ ਜਾਂਦਾ ਹੈ, ਕਿਉਂਕਿ ਇਹਨਾਂ ਵਿੱਚ ਮਹਾਰਾਜ ਨੇ ਉਸ ਆਨੰਦ ਸਰੂਪ ਪ੍ਰਭੂ ਦਾ ਵਰਣਨ ਬੜੇ ਵਿਸਥਾਰ ਨਾਲ ਕੀਤਾ। ਸਾਰੀ ਗੁਰਬਾਣੀ ਦਾ ਇੱਕੋ ਹੀ ਪ੍ਰਯੋਜਨ ਹੈ, ਕਿਉਂਕਿ ਜਿੰਨਾ ਚਿਰ ਕਿਸੇ ਚੀਜ਼ ਦਾ ਪ੍ਰਯੋਜਨ ਨਾ ਪਤਾ ਲੱਗੇ, ਸਿਆਣੇ ਉਹਦੇ ਵਿੱਚ ਪਰਿਵਰਤ ਨਹੀਂ ਹੁੰਦੇ। ਇਹ ਵਿਦਵਾਨਾਂ ਦਾ ਕਥਨ ਹੈ, ਨਹਿ ਅਨੁਬੰਧ ਪਛਾਨੈ ਜੋਲੋ, ਹੋਏ ਨਾ ਪਰਵਿਰਤ ਸੁਗਰ ਨਰ ਤੋਲੋ। ਵਿਚਾਰ ਸਾਗਰ ਦੇ ਬਚਨ ਨੇ। ਜਿੰਨਾ ਚਿਰ ਸਾਨੂੰ ਪਤਾ ਨਹੀਂ ਲੱਗਦਾ ਵੀ ਕਿਤਾਬ ਕਿਹੜੇ ਵਿਸ਼ੇ ਦੀ ਹੈ, ਅਸੀਂ ਉਹਦੇ 'ਚ ਉਹਨੂੰ ਪਈ ਹੈ। ਜਿਵੇਂ ਡਾਕਟਰੀ ਦੀ ਕਿਤਾਬ ਹੈ, ਡਾਕਟਰੀ ਚੁੱਕੇਗਾ, ਉਹਨੂੰ ਲੋੜ ਹੈ ਉਹ ਪੜ੍ਹੇਗਾ। ਵਕਾਲਤ ਦੀ ਕਿਤਾਬ ਹੈ, ਜਿਹਨੂੰ ਕਾਨੂੰਨ ਦੀ ਲੋੜ ਹੈ ਉਹ ਪੜ੍ਹੇਗਾ, ਦੂਜੇ ਨੂੰ ਕੀ ਲੋੜ ਹੈ। ਜਿਹੜੇ ਸਬਜੈਕਟ 'ਤੇ ਕੋਈ ਗ੍ਰੰਥ ਲਿਖਿਆ ਗਿਆ ਹੈ, ਉਸ ਸਬਜੈਕਟ ਦਾ ਗਾਹਕ ਆਵੇਗਾ ਤਾਂ ਉਸ ਗ੍ਰੰਥ ਨੂੰ ਪੜ੍ਹੇਗਾ। ਜਿਹੜੀ ਗੁਰਬਾਣੀ ਹੈ, ਇਹਦਾ ਗਾਹਕ ਬਣਨ ਲਈ ਵੀ ਸਾਨੂੰ ਤਿਆਰੀ ਰੱਖਣੀ ਚਾਹੀਦੀ ਹੈ, ਤਾਂ ਹੀ ਇਹਦੀ ਸਮਝ ਆਏਗੀ। ਗੁਰਬਾਣੀ ਦਾ ਗਾਹਕ ਕੌਣ ਹੈ? ਗੁਰਬਾਣੀ ਦਾ ਗਾਹਕ ਉਹ ਹੈ ਜਿਹੜਾ ਰੱਬ ਨੂੰ ਮਿਲਣਾ ਚਾਹੁੰਦਾ ਹੈ, ਜਿਹੜਾ ਇਸ ਜੀਵਨ ਦੀ ਯਾਤਰਾ ਨੂੰ ਸਫਲੀ ਕਰਨਾ ਚਾਹੁੰਦਾ ਹੈ, ਜਿਹੜਾ ਇਹ ਸਮਝਦਾ ਹੈ, ਵਿਚਾਰਦਾ ਹੈ ਕਿ ਮੈਂ ਇਸ ਦੁਨੀਆ 'ਤੇ ਆਇਆ ਅਤੇ ਮੈਂ ਇੱਥੋਂ ਨਾਮ ਜਪ ਕੇ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਕਰਕੇ ਜਾਣਾ ਹੈ। ਉਹ ਬੰਦਾ ਗੁਰਬਾਣੀ ਪੜ੍ਹੇਗਾ, ਉਹ ਸੁਣੇਗਾ, ਦੂਜੇ ਨੂੰ ਕੋਈ ਮਤਲਬ ਨਹੀਂ, ਸਮਝ ਹੀ ਉਹਨੂੰ ਆਏਗੀ ਗੁਰਬਾਣੀ ਦੀ। ਆਖੋ ਸ੍ਰੀ ਵਾਹਿਗੁਰੂ। ਸੋ ਸ੍ਰੀ ਦਸਮ ਪਾਤਸ਼ਾਹ ਜੀ ਦੀ ਬਾਣੀ 'ਚ ਉਸ ਸਤ ਚੇਤਨ ਆਨੰਦ ਪ੍ਰਭੂ ਦਾ ਵਿਸ਼ਲੇਸ਼ਣ ਕੀਤਾ ਗਿਆ, ਉਹਦੀ ਵਿਚਾਰ ਦੱਸੀ ਗਈ, ਉਹਦਾ ਸਰੂਪ ਦੱਸਿਆ ਗਿਆ। ਉਸ ਰਾਹ 'ਤੇ ਤੁਰਦਿਆਂ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ, ਉਹ ਦਿੱਕਤਾਂ ਦੱਸੀਆਂ ਗਈਆਂ। ਦਸਮ ਪਾਤਸ਼ਾਹ ਜੀ ਨੇ ਉਹ ਵੀ ਦੱਸਿਆ ਵੀ ਜਿਹੜੇ ਲੋਕ ਇਸ ਰਾਹ 'ਤੇ ਤੁਰ ਕੇ ਭਟਕ ਗਏ ਨੇ ਅਤੇ ਪਖੰਡਾਂ 'ਚ ਪੈ ਗਏ ਨੇ ਅਤੇ ਇੱਧਰ ਉੱਧਰ ਪੱਗ ਡੰਡੀਆਂ 'ਤੇ ਤੁਰ ਪਏ ਨੇ, ਉਹ ਮੇਨ ਰਸਤਾ ਛੱਡ ਦਿੱਤਾ, ਉਹਨਾਂ ਦੇ ਵੀ ਕੰਨ ਖਿੱਚੇ ਇਸ ਬਾਣੀ ਦੇ ਵਿੱਚ। ਪਖੰਡ ਦਾ ਖੰਡਨ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਪਖੰਡ ਭਾਵੇਂ ਹਿੰਦੂਆਂ 'ਚ ਹੋਵੇ ਭਾਵੇਂ ਮੁਸਲਮਾਨਾਂ 'ਚ ਹੋਵੇ, ਪਖੰਡ ਦਾ ਖੰਡਨ ਕੀਤਾ, ਕਿਸੇ ਧਰਮ ਨੂੰ ਮਾੜਾ ਨਹੀਂ ਕਿਹਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੋਵੇ ਭਾਵੇਂ ਦਸਮ ਦੀ ਬਾਣੀ ਹੋਵੇ, ਨਾ ਤਾਂ ਮੁਸਲਮਾਨਾਂ ਦੇ ਅਕੀਦੇ ਨੂੰ ਚੋਟ ਮਾਰੀ ਹੈ, ਨਾ ਹਿੰਦੂਆਂ ਦੇ ਅਕੀਦੇ ਨੂੰ ਨਿੰਦਿਆ। ਨਿੰਦਿਆ ਕਿਹਨੂੰ ਹੈ? ਵਿਖਾਵੇ ਨੂੰ। ਮਹਾਰਾਜ ਕਹਿੰਦੇ ਇਨਸਾਨ ਤੂੰ ਕਿਸੇ ਤਰ੍ਹਾਂ ਦਾ ਵੀ ਧਰਮ ਕਰਮ ਕਰ, ਰੱਬ ਨੂੰ ਮਿਲਣ ਲਈ ਸੱਚੀ ਭਾਵਨਾ ਨਾਲ ਕਰ, ਤੇਰਾ ਪ੍ਰਵਾਨ ਹੈ। ਪਰ ਜੇ ਤੇਰੇ ਕਹਿਣ ਵਿੱਚ ਤੇ ਤੇਰੇ ਕਰਨ ਵਿੱਚ ਫਰਕ ਹੈ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਮਨ ਵਿੱਚ ਤਾਂ ਤੇਰੇ ਕਪਟ ਹੈ, ਅੰਦਰੋਂ ਤੋਂ ਕੁਝ ਹੋਰ ਸੋਚ ਰਿਹਾ ਪਰ ਮੂੰਹ ਤੋਂ ਕੁਝ ਹੋਰ ਬੋਲ ਰਿਹਾ, ਫਿਰ ਗੱਲ ਨਹੀਂ ਬਣਨੀ। ਉੱਥੇ ਉਹ ਪਖੰਡ ਭਾਵੇਂ ਹਿੰਦੂਆਂ ਵਿੱਚ ਸੀ ਭਾਵੇਂ ਮੁਸਲਮਾਨਾਂ ਵਿੱਚ ਸੀ, ਅਤੇ ਇਹਨਾਂ ਸਵਈਆਂ ਦੇ ਵਿੱਚ ਉਹ ਪਖੰਡ ਦਾ ਵੀ ਜ਼ਿਕਰ ਆਉਣਾ ਜਿਹੜਾ ਸਿੱਖਾਂ 'ਚ ਆ ਚੁੱਕਾ ਸੀਗਾ। ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਉਸ ਪਖੰਡ ਦਾ ਜ਼ਿਕਰ ਹੈ ਜਿਹੜਾ ਮੁਸਲਮਾਨਾਂ ਵਿੱਚ ਸੀ ਜਾਂ ਹਿੰਦੂਆਂ ਵਿੱਚ ਸੀ, ਪਰ ਦਸਮ ਪਾਤਸ਼ਾਹ ਜੀ ਦੀ ਬਾਣੀ 'ਚ ਉਸ ਪਖੰਡ ਦਾ ਵੀ ਜ਼ਿਕਰ ਹੈ ਜਿਹੜਾ ਸਿੱਖਾਂ ਵਿੱਚ ਆਇਆ ਸੀ। ਇੱਥੇ ਆਏਗਾ, ਹੁਣ ਅੱਗੇ ਸੁਣੋਗੇ ਤੁਸੀਂ। ਤਾਂ ਮੇਰੀ ਬੇਨਤੀ ਹੈ ਵੀ ਇਹ ਬਾਣੀ ਦਸਮ ਪਾਤਸ਼ਾਹ ਕਲਗੀਧਰ ਜੀ ਦੀ ਹੈ, ਬੜੇ ਸਬਰ ਅਤੇ ਸੰਤੋਖ ਨਾਲ ਸੁਣਨਾ, ਹਾਜ਼ਰੀ ਭਰਨੀ, ਇਹ ਸਮਝ ਕੇ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਵਿਚਾਰਾਂ ਨੂੰ ਸੁਣਨਾ। ਆਪਾਂ ਆਪਣੇ ਵਿਚਾਰ ਨਹੀਂ ਵਿੱਚ ਮਿਲਾਣੇ। ਇਹ ਵੀ ਤੁਸੀਂ ਅਰਦਾਸ ਕਰਿਆ ਜੇ, ਕਿਉਂਕਿ ਮੈਂ ਇੱਕ ਮਹਿਸੂਸ ਕੀਤੀ ਹੈ ਗੱਲ ਕਥਾ ਦੇ ਬਾਰੇ ਵੀ ਜੇ ਸੰਗਤ ਦੀ ਭਾਵਨਾ ਸ਼ੁੱਧ ਹੋਵੇ ਨਾ, ਤੇ ਅਰਦਾਸ ਕਰੇ ਕਿ ਮਹਾਰਾਜ ਵਕਤਾ ਉੱਤੇ ਵੀ ਕਿਰਪਾ ਕਰੋ ਅਤੇ ਸਰੋਤਿਆਂ ਦੇ ਵੀ ਕਿਰਪਾ ਕਰੋ, ਅਤੇ ਫਿਰ ਮਹਾਰਾਜ ਕਿਰਪਾ ਕਰਕੇ ਕਥਾ ਕਰਾ ਲੈਂਦੇ ਆ। 14 ਗੁਣ ਵਕਤਾ ਦੇ ਹਨ, 14 ਹੀ ਸਰੋਤਾ ਦੇ ਹਨ। ਜੇ ਪੂਰੇ ਹੋ ਜਾਣ ਤਾਂ 6ਵੇਂ ਪਾਤਸ਼ਾਹ ਦਾ ਬਚਨ ਹੈ ਵੀ ਉਹ ਕਥਾ ਸੱਚਖੰਡ 'ਚ ਲੈ ਜਾਂਦੀ ਹੈ।
ਪਰ ਹੁੰਦੇ ਮੁਸ਼ਕਲ ਹਨ। ਸਰੋਤਾ ਦੇ ਵੀ 14 ਗੁਣ ਤੇ ਬਖਤਾ ਦੇ ਵੀ। ਮਹਾਰਾਜ ਕਿਰਪਾ ਕਰਨ ਕਲਗੀਧਰ ਪਿਤਾ ਜੀ, ਮਿਹਰ ਕਰਕੇ ਸਾਡੇ ਅੰਦਰ ਸ਼ਰਧਾ ਪੈਦਾ ਕਰਨ। ਸ਼ਰਧਾ ਬਹੁਤ ਜ਼ਰੂਰੀ ਹੈ। ਸ਼ਰਧਾ ਤੋਂ ਬਿਨਾਂ ਆਪਾਂ ਇੱਥੇ ਨਹੀਂ ਆ ਸਕਦੇ। ਸ਼ਰਧਾ ਹੈ ਤਾਂ ਹੀ ਆਏ ਹਾਂ। ਗੱਲ ਵੀ ਆਪਾਂ ਉਹਦੀ ਸੁਣਾਂਗੇ ਜਿਹਦੇ ਉੱਤੇ ਸ਼ਰਧਾ ਹੋਵੇਗੀ। ਸਾਨੂੰ ਗੁਰੂ ਪਾਤਸ਼ਾਹ 'ਤੇ ਸ਼ਰਧਾ ਹੈ ਅਤੇ ਮਹਾਰਾਜ ਹੋਰ ਸ਼ਰਧਾ ਬਖਸ਼ਣ। ਇਹ ਸਵਈਏ ਪਹਿਲਾਂ 32 ਸਨ। ਦਸਮ ਦੀਆਂ ਜਿਹੜੀਆਂ ਪੁਰਾਣੀਆਂ ਬੀੜਾਂ ਹਨ, ਬਹੁਤੀਆਂ ਹੱਥ ਲਿਖਤ, ਉਹਨਾਂ 'ਚ 32 ਸਵਈਏ ਹਨ। ਕੁਝ ਬੀੜਾਂ 'ਚ 33 ਸਵਈਏ ਆਏ ਹਨ। ਮਹਾਂਪੁਰਸ਼ਾਂ ਤੋਂ ਜੋ ਇਹਦੀ ਭੂਮਿਕਾ ਸੁਣੀ ਹੈ ਵੱਡਿਆਂ ਤੋਂ, 32 ਕਿਉਂ ਹਨ ਤੇ 33 ਕਿਵੇਂ ਬਣ ਗਏ? ਜਿਹੜੇ ਪਹਿਲੇ 32 ਸਵਈਏ ਹਨ, ਅੱਗੇ ਆਉਣੇ ਹਨ ਪਹਿਲੇ ਨੂੰ ਛੱਡ ਕੇ। ਪਹਿਲੇ ਸਵਈਆ ਇਹ 33 ਨੰਬਰ ਦਾ, ਇਹ ਬਾਅਦ ਵਿੱਚ ਰਚਿਆ ਗਿਆ। ਜਿਹੜਾ ਪਹਿਲੇ ਨੰਬਰ ਤੇ ਲਿਖਿਆ ਇਹਦੀ ਰਚਨਾ ਬਾਅਦ 'ਚ ਹੋਈ ਹੈ। ਜਿਹੜੇ ਇਸ ਤੋਂ ਅੱਗੇ ਸ਼ੁਰੂ ਹੋਣੇ ਆ ਉਹ ਪਹਿਲਾਂ ਰਚੇ ਗਏ। ਔਰ ਇਹ 32 ਸਵਈਏ ਅੰਮ੍ਰਿਤ ਸੰਚਾਰ ਤੋਂ ਪਹਿਲਾਂ ਰਚੇ ਗਏ। ਜਦੋਂ ਕਲਗੀਧਰ ਜੀ ਨੇ 1699 ਦੀ ਵਿਸਾਖੀ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਖਾਲਸਾ ਸਾਜਿਆ ਹੈ, ਉਸ ਤੋਂ ਪਹਿਲਾਂ ਮਹਾਰਾਜ ਨੇ 32 ਸਵਈਏ ਰਚ ਦਿੱਤੇ ਸੀਗੇ। ਇਹ ਜਿਹੜਾ 33ਵਾਂ ਸਵਈਆ ਹੈ, ਇਹ ਉਦੋਂ ਰਚਿਆ ਜਦੋਂ ਖਾਲਸੇ ਦੀ ਸਿਰਜਣਾ ਹੋਈ ਤੇ ਖਾਲਸੇ ਦੀ ਮਹਿਮਾ ਮਹਾਰਾਜ ਨੇ ਦੱਸੀ, ਖਾਲਸੇ ਦੀ ਅਵਸਥਾ ਦੱਸੀ। ਫਿਰ ਹਜੂਰ ਨੇ ਇਹਨੂੰ ਪਹਿਲਾਂ ਪੜ੍ਹਨ ਦੀ ਆਗਿਆ ਦੇ ਦਿੱਤੀ। ਇਸ ਕਰਕੇ ਜਿਹੜੀਆਂ ਬੀੜਾਂ ਲਿਖੀਆਂ ਗਈਆਂ ਦਸਮ ਦੀਆਂ, ਉਹਨਾਂ 'ਚ ਇਹ ਪਹਿਲੇ ਨੰਬਰ 'ਤੇ ਆ ਗਿਆ। 32 ਇਸ ਤੋਂ ਅੱਗੇ ਐਡ ਕੀਤੇ ਗਏ। ਇੱਕ ਬੀੜ ਸ਼ਿਕਾਰ ਘਾਟ ਹਜੂਰ ਸਾਹਿਬ ਵਿਖੇ ਬੜੀ ਪ੍ਰਾਚੀਨ ਬੀੜ ਦਸਮ ਦੀ ਹੁੰਦੀ ਸੀ। ਹੁਣ ਅੱਜ ਕੱਲ੍ਹ ਹਜੂਰ ਸਾਹਿਬ ਦੇ ਖਜ਼ਾਨੇ ਤੋਸ਼ੇਖਾਨੇ ਵਿੱਚ ਹੈ। ਉਸ ਬੀੜ ਵਿੱਚ 34 ਸਵਈਏ ਹਨ। ਸਤਿਕਾਰਯੋਗ ਗਿਆਨੀ ਕਰਤਾਰ ਸਿੰਘ ਜੀ ਮੋਟਾ ਅੱਖਰ ਬਾਬਾ ਗੁਰਬਚਨ ਸਿੰਘ ਜੀ ਦੇ ਵਿਦਿਆਰਥੀ ਸਨ। ਭਿੰਡਰਾਂ ਵਾਲਿਆਂ ਦੇ ਨਿਹੰਗ ਸਿੰਘਾਂ ਦਾ ਸਰੂਪ ਸੀਗਾ। ਬੁੱਢੇ ਦਲ ਵਿੱਚ ਵੀ ਬਹੁਤ ਲੰਮਾ ਸਮਾਂ ਸੇਵਾ ਕੀਤੀ। ਬਾਬਾ ਜੀ ਦਇਆ ਸਿੰਘ ਜੀ ਵਿਧੀ ਚੰਦੀਏ ਮਹਾਂਪੁਰਸ਼ਾਂ ਕੋਲ ਰਹੇ ਅਤੇ ਉਹਨਾਂ ਨੇ ਦਸਮ ਦੀ ਬਾਣੀ 'ਤੇ ਬਹੁਤ ਜ਼ਿਆਦਾ ਉਹਨਾਂ ਦੀ ਮਿਹਨਤ ਸੀਗੀ। ਗਿਆਨੀ ਕਰਤਾਰ ਸਿੰਘ ਜੀ ਤੋਂ ਦਾਸ ਨੇ ਸਰਵਣ ਕੀਤਾ ਵੀ ਜਿਹੜਾ 34ਵਾਂ ਸਵਈਆ ਉਹ ਹਜੂਰ ਸਾਹਿਬ ਜਾ ਕੇ ਹਜੂਰ ਨੇ ਲਿਖਿਆ ਸੀਗਾ। ਉਹ ਆਮ ਬੀੜਾਂ ਵਿੱਚ ਨਹੀਂ, ਸਿਰਫ ਇੱਕੋ ਹੀ ਬੀੜ ਦੇ ਵਿੱਚ ਹੈ, ਹਜੂਰ ਸਾਹਿਬ ਵਾਲੀ ਵਿੱਚ। ਉਸ ਬੀੜ ਦੇ ਵਿੱਚ ਮਹਾਰਾਜ, ਉਸ ਸਵਈਏ 'ਚ ਮਹਾਰਾਜ ਨੇ ਬ੍ਰਹਮ ਗਿਆਨ ਦਾ ਜਦੋਂ ਪੂਰਨ ਪ੍ਰਕਾਸ਼ ਹੋ ਜਾਂਦਾ, ਸਿਖਰ ਹੋ ਜਾਂਦਾ, ਉਹਦਾ ਜ਼ਿਕਰ ਕੀਤਾ। ਜਿਸ ਕੈ ਮਸਤਕ ਗੁਰ ਹਾਥ ਧਰਿਓ ਵੈ ਜਾਣਤ ਹੈ ਸਭ ਕੇ ਘਟ ਕੀ। ਜਿਹਦੇ ਮੱਥੇ ਤੇ ਗੁਰੂ ਦਾ ਹੱਥ ਟਿਕ ਜਾਂਦਾ, ਉਹਦੇ ਕਪਾਟ ਖੁੱਲ ਜਾਂਦੇ ਆ, ਉਹਨੂੰ ਪੂਰਨ ਪ੍ਰਕਾਸ਼ ਹੋ ਜਾਂਦਾ ਹੈ। ਬ੍ਰਹਮੰਡ ਦੇ ਅੰਦਰ ਕੀ ਹੋ ਰਿਹਾ, ਕਿੱਥੇ ਕੀ ਹੋ ਰਿਹਾ, ਸਭ ਜਾਣ ਜਾਂਦਾ। ਫੋਰ ਗਈ ਭਰਮ ਕੀ ਮਟਕੀ, ਭਰਮ ਦੀ ਮਟਕੀ ਭੱਜ ਜਾਂਦੀ ਹੈ। ਉਹ ਘਟ ਘਟ ਦਾ ਜਾਣੂ ਹੋ ਜਾਂਦਾ, ਉਹ ਬ੍ਰਹਮ ਰੂਪ ਹੋ ਜਾਂਦਾ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਸੋ ਖਾਲਸਾ ਜੀ, ਇਹ ਭੂਮਿਕਾ ਦੱਸਣੀ ਜ਼ਰੂਰੀ ਹੈ ਵੀ ਅੰਮ੍ਰਿਤ ਛਕਾਉਣ ਤੋਂ ਪਹਿਲਾਂ 32 ਸਨ। ਅੰਮ੍ਰਿਤ ਛਕਾਇਆ ਤੇ ਇਹ 33 ਸਵਈਏ ਹੋਏ। ਲਿਖਤਾਂ ਵਿੱਚ 33 ਹੀ ਆਉਂਦੇ ਹਨ। ਇੱਕ ਲਿਖਤ ਜਿਹੜੀ ਹੈ ਉਹਦੇ ਵਿੱਚ 34 ਹਨ। ਇਹ ਸਭ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਕਿਰਪਾ ਹੈ ਖਾਲਸੇ ਉੱਤੇ। ਇਹ ਬੜਾ ਵੱਡਾ ਖਜ਼ਾਨਾ ਹੈ। ਆਓ ਇਹ ਸਵਈਆਂ ਦਾ ਪਾਠ ਗਿਆਨੀ ਕੁਲਦੀਪ ਸਿੰਘ ਜੀ ਦੀ ਰਸਨਾ ਤੋਂ ਸੁਣੀਏ ਤੇ ਮਹਾਰਾਜ ਨੂੰ ਬੇਨਤੀ ਕਰੀਏ ਵੀ ਇਹਦੀ ਵਿਚਾਰ ਵੀ ਆਪ ਕਰਾਓ। ਸਾਰੀ ਸੰਗਤ ਪਿਆਰ ਵਿੱਚ ਆ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਮਹਾਰਾਜ ਜੀ ਨੇ ਗੁਰਬਾਣੀ ਕਿਤੇ ਵੀ ਕੋਈ ਲਿਖੀ ਹੈ, ਸਭ ਤੋਂ ਪਹਿਲਾਂ ਉਸ ਪਰਮੇਸ਼ਰ ਦਾ ਇਹ ਸਰੂਪ ਵਰਣਨ ਕੀਤਾ, ਇੱਕ ਓੰਕਾਰ। ਇਹਦੀ ਵਿਆਖਿਆ ਸੰਸਾਰ ਦੇ ਜਿੰਨੇ ਵੀ ਧਰਮ ਗ੍ਰੰਥ ਨੇ ਇਸੇ ਦੀ ਵਿਆਖਿਆ ਹੈ। ਇੱਕ ਓੰਕਾਰ ਦੀ ਵਿਆਖਿਆ ਮੂਲ ਮੰਤਰ ਹੈ। ਮੂਲ ਮੰਤਰ ਦੀ ਵਿਆਖਿਆ ਸ੍ਰੀ ਜਪਜੀ ਸਾਹਿਬ ਹੈ। ਜਪਜੀ ਸਾਹਿਬ ਦੀ ਵਿਆਖਿਆ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਦਸਮ ਦੀ ਬਾਣੀ ਹੈ। ਭਾਈ ਗੁਰਦਾਸ ਜੀ ਦੀ ਬਾਣੀ ਹੈ। ਭਾਈ ਨੰਦ ਲਾਲ ਜੀ ਦੀ ਬਾਣੀ ਹੈ।
श्री गुरप्रताप सूरज ग्रंथ है, पंथ प्रकाश है, जिन्ने भी ग्रंथ ने सारे इस एक ओंकार की ही व्याख्या हैं। गां दी गां एक सारिਆਂ ਦਾ बीज है। जिस तरह खालसा जी बीज छोटा जिहा हुंदा पर ਉਹਦਾ ਬੋੜ बहुत ਵੱਡਾ विस्तार हो जाता। तनक ही बीज बोए बिरख विस्तार होए। छोटा जिहा बीज बीजो ਤੇ ਉਹਦਾ ਕਿੱਡਾ ਵੱਡਾ ਵਿਸਥਾਰ ਹੁੰਦਾ, ਉਹਦਾ ਕੋਈ ਅੰਤ ਨਹੀਂ। ਉਹਦੇ ਵਿੱਚੋਂ ਕਿੰਨੇ ਬੀਜ ਪੈਦਾ ਹੋ ਜਾਂਦੇ ਨੇ, ਉਹਨਾਂ ਬੀਜਾਂ 'ਚੋਂ ਫਿਰ ਕਿੰਨੇ ਦਰਖਤ ਪੈਦਾ ਹੋ ਜਾਂਦੇ ਨੇ, ਉਹਨਾਂ ਦਰਖਤਾਂ 'ਚ ਫਿਰ ਕਿੰਨੇ ਬੀਜ ਹੁੰਦੇ ਨੇ, ਤੇ ਉਹਨਾਂ ਬੀਜਾਂ ਦੇ ਵਿੱਚ ਉਹ ਇੱਕੋ ਬੀਜ ਵਰਤ ਜਾਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਓੰਕਾਰ ਤੇ ਸ੍ਰਿਸ਼ਟ ਉਪਾਰਾ, ਇਹ ਸੰਸਾਰ ਦਾ ਬੀਜ ਓੰਕਾਰ ਹੈ। ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ चित, ओंकार सैल जुग भये, ओंकार वेद निर्मय। सारा ज्ञान ध्यान संसार इसे ओंकार रूपी बीज तो ही पैदा होया। ये जिहड़ा परमेश्वर है ये तीन अवस्था दे विच वरतदा है। तीन व्यापै जगत को तुरिया पावै कोई। तीन अवस्था किहड़ियां ने? जागृत, सुपन, सुखोपति। हुण आपां जागदे बैठे हाँ, ਅਸੀਂ ਆਪਣੇ ਆਪ ਨੂੰ ਵੀ ਜਾਣਦੇ ਹਾਂ, ਸਾਹਮਣੇ ਬੈਠੀ ਸੰਗਤ ਨੂੰ ਵੀ ਜਾਣਦੇ ਹਾਂ, ਇਸ ਸ਼ਹਿਰ ਨੂੰ ਵੀ ਜਾਣਦੇ ਹਾਂ, ਇਸ ਬਿਲਡਿੰਗ ਬਾਰੇ ਵੀ ਜਾਣਦੇ ਹਾਂ। ਜਦੋਂ ਸਾਡੀਆਂ 42 ਸ਼ਕਤੀਆਂ ਕੰਮ ਕਰਦੀਆਂ ਨੇ, ਗਿਆਨ ਇੰਦਰੀਆਂ, ਕਰਮ ਇੰਦਰੀਆਂ, ਤੇ ਉਹਨਾਂ ਦੇ ਅੱਗੋਂ ਅਧਿਦੈਵ ਸ਼ਕਤੀਆਂ ਜਿਹੜੀਆਂ ਨੇ ਉਹ ਪੂਰੀਆਂ ਕੰਮ ਕਰਦੀਆਂ ਨੇ। ਮੈਂ ਵਿਸਥਾਰ 'ਚ ਨਾ ਜਾਵਾਂ, ਉਹਨੂੰ ਜਾਗਰਤ ਅਵਸਥਾ ਕਹਿੰਦੇ ਨੇ। ਸੁਪਨ ਅਵਸਥਾ, ਜਦੋਂ ਅਸੀਂ ਮੰਜੇ 'ਤੇ ਪੈ ਜਾਂਦੇ ਹਾਂ, ਘਰ ਦੇ ਸਮਝੇ ਸੌਂ ਗਿਆ ਪਰ ਅਸੀਂ ਸੁਪਨੇ 'ਚ ਘੁੰਮ ਰਹੇ ਹੁੰਦੇ ਹਾਂ। ਸਾਡੇ ਅੰਦਰ ਦੀ ਜੀਵ ਕਲਾ ਜਿਹੜੀ ਹੈ, ਇਸ ਗਲੇ ਦੀ ਇੱਕ ਬਰੀਕ ਨਾੜੀ ਹੈ, ਜਿਹਨੂੰ ਸੂਖਮ ਤੋਂ ਸੂਖਮ ਵਾਲ ਦਾ 1000ਵਾਂ ਹਿੱਸਾ, ਇੰਨੀ ਬਰੀਕ ਨਾੜੀ ਹੈ। ਉਹਦੇ ਵਿੱਚ ਜਦੋਂ ਜੀਵ ਕਲਾ ਪ੍ਰਵੇਸ਼ ਕਰ ਜਾਂਦੀ, ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਵਿੱਚ ਲਿਖਿਆ ਹੈ, ਉਸ ਵੇਲੇ ਸੁਪਨ ਅਵਸਥਾ ਸ਼ੁਰੂ ਹੋ ਜਾਂਦੀ ਹੈ। ਸੁਪਨੇ ਦੇ ਵਿੱਚ ਬਿਨਾਂ ਪੈਰਾਂ ਦੇ ਬੰਦਾ ਦੌੜਦਾ ਹੈ। ਸੁਪਨੇ ਦੇ ਵਿੱਚ ਬਿਨਾਂ ਅੱਖਾਂ ਦੇ ਬੰਦਾ ਦੇਖਦਾ ਵੀ ਹੈ। ਦੇਖੋ ਨਾ, ਸੁਪਨਾ ਹੈ ਤੇ ਸੁਪਨੇ ਦੇ ਵਿੱਚ ਅੱਖਾਂ ਤਾਂ ਬੰਦ ਨੇ ਨਾ, ਇਹ ਅੱਖਾਂ ਤਾਂ ਨਹੀਂ ਕੰਮ ਕਰਦੀਆਂ, ਪਰ ਅਸੀਂ ਦੇਖ ਰਹੇ ਹੁੰਦੇ ਹਾਂ ਸੁਪਨੇ ਵਿੱਚ। ਸੁਪਨੇ ਵਿੱਚ ਆ ਜ਼ੁਬਾਨ ਬੰਦ ਹੁੰਦੀ ਹੈ ਪਰ ਅਸੀਂ ਬੋਲਦੇ ਵੀ ਹਾਂ। ਸੁਪਨੇ ਵਿੱਚ ਅਸੀਂ ਗੱਲਾਂ ਸੁਣਦੇ ਵੀ ਹਾਂ। ਸੁਪਨੇ 'ਚ ਅਸੀਂ ਹੱਥ ਵੀ ਮਿਲਾਉਂਦੇ ਹਾਂ। ਉਹ ਸੁਪਨੇ ਦੇ ਹੱਥ, ਸੁਪਨੇ ਦੇ ਪੈਰ, ਸੁਪਨੇ ਦੀਆਂ ਅੱਖਾਂ, ਸੁਪਨ ਮੰਡਲ ਦੀ ਵੱਖਰੀ ਰਚਨਾ ਹੈ। ਤੀਸਰੀ ਅਵਸਥਾ ਹੈ ਜਿਸ ਨੂੰ ਕਹਿੰਦੇ ਨੇ ਸੁਖੋਪਤੀ, ਗੂੜੀ ਨੀਂਦ ਵਿੱਚ ਸੌਂ ਜਾਣਾ। ਕੋਈ ਬੰਦਾ 5-6 ਘੰਟੇ ਥੱਕਿਆ ਹੋਇਆ ਆ ਕੇ ਮੰਜੇ 'ਤੇ ਪਿਆ, ਉਹਨੂੰ ਗੂੜੀ ਨੀਂਦ ਆ ਗਈ। 5-7 ਘੰਟੇ ਲਗਾਤਾਰ ਸੁੱਤਾ ਰਿਹਾ, ਨਾ ਉਹਨੂੰ ਕੋਈ ਸੁਪਨਾ ਆਇਆ, ਨਾ ਉਹਨੂੰ ਜਾਗ ਆਈ। ਉਹਨੂੰ ਕਹਿੰਦੇ ਨੇ ਬੜੀ ਗੂੜੀ ਨੀਂਦ। ਉਸ ਗੂੜੀ ਨੀਂਦ ਦੇ ਵਿੱਚ ਸੁੱਤਾ ਹੋਇਆ ਉੱਠ ਕੇ ਕਹਿੰਦਾ, ਅੱਜ ਮੈਨੂੰ ਇੰਨੀ ਗੂੜੀ ਨੀਂਦ ਆਈ ਸੀ, ਮੈਨੂੰ ਪਤਾ ਹੀ ਨਹੀਂ ਚੱਲਿਆ ਮੈਂ ਕਿੱਥੇ ਪਿਆ ਹਾਂ। ਇਹੀ ਕਹਿੰਦਾ ਨਾ। ਇਹ ਬਰੀਕ ਗੱਲ ਹੈ, ਸਮਝੋ ਜਰਾ ਧਿਆਨ ਨਾਲ, ਦੁਬਾਰਾ ਸੁਣ ਲਓ। ਅੱਜ ਮੈਨੂੰ ਇੰਨੀ ਗੂੜੀ ਨੀਂਦ ਆਈ ਸੀ ਕਿ ਮੈਨੂੰ ਪਤਾ ਨਹੀਂ ਚੱਲਿਆ ਕਿ ਮੈਂ ਕਿੱਥੇ ਪਿਆ ਹਾਂ। ਇਹੀ ਕਹਿੰਦਾ। ਹੁਣ ਇਹ ਪੁੱਛੋ ਵੀ ਜੋ ਪਤਾ ਨਾ ਚੱਲਣ ਦਾ ਪਤਾ ਹੈ, ਪਤਾ ਨਾ ਚੱਲਣ ਦਾ ਵੀ ਤਾਂ ਕੋਈ ਪਤਾ ਹੈ ਨਾ, ਉਹ ਕਿਹਨੂੰ ਹੈ? ਪਤਾ ਨਾ ਚੱਲਣ ਦਾ ਪਤਾ, ਉਸ ਗੂੜੀ ਨੀਂਦ ਦਾ ਪਤਾ ਤਾਂ ਕਿਸੇ ਨੂੰ ਹੈ। ਉਹ ਕੌਣ ਹੈ ਫਿਰ? ਰਿਸ਼ਤੇਦਾਰਾਂ ਨੂੰ ਤੂੰ ਹੈ ਨਹੀਂ, ਤੈਨੂੰ ਹੀ ਹੈ। ਉਹ ਤੇਰੇ ਅੰਦਰ ਜਿਹੜੀ ਪਰਮੇਸ਼ਰ ਦੀ ਚੇਤਨ ਸੱਤਾ ਹੈ ਨਾ, ਉਹਦਾ ਵੀ ਆਨੰਦ ਮਾਣ ਰਹੀ ਹੈ, ਉਹਨੂੰ ਵੀ ਜਾਣਦੀ ਹੈ। ਉਹ ਤੁਰੀਆ ਅਵਸਥਾ ਦੇ ਵਿੱਚ ਜਾ ਕੇ ਉੱਥੇ ਉਸ ਦੇਖਦਾ, ਉਹ ਸਾਖੀ ਰੂਪ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਤੀਨ ਵਿਆਪੈ ਜਗਤ ਕੋ ਤੁਰੀਆ ਪਾਵੈ ਕੋ। ਇਹਦਾ ਜਿਹੜਾ ਓਮ ਸ਼ਬਦ ਹੈ ਨਾ, ਓੰਕਾਰ ਹੈ, ਇਹਦੇ ਅ ਓ ਮ 3 ਅੱਖਰ ਨੇ। ਜਦੋਂ ਬੋਲੋ ਨਾ ਓਮ, ਪਹਿਲਾਂ ਅ, ਫਿਰ ਊ, ਫਿਰ ਮ ਬੋਲਿਆ ਜਾਂਦਾ। ਇਹ ਤਿੰਨੇ ਅੱਖਰ ਜਿਹੜੇ ਨੇ ਜਾਗਰਤ, ਸੁਪਨ, ਸੁਖੋਪਤੀ ਦੇ ਸਾਖੀ ਨੇ। ਜਾਗਰਤ ਵਿੱਚ ਵੀ ਮੈਂ ਜਾਣਦਾ ਹਾਂ, ਸੁਪਨ ਅਵਸਥਾ ਨੂੰ ਵੀ ਮੈਂ ਜਾਣਦਾ ਹਾਂ, ਔਰ ਜਿਹੜੀ ਗੂੜੀ ਨੀਂਦ ਦਾ ਆਨੰਦ ਹੈ ਉਹ ਵੀ ਮੈਂ ਭੋਗਦਾ ਹਾਂ। ਉਹ ਜਿਹੜਾ ਅੰਦਰ ਬੈਠਾ ਤਿੰਨਾਂ ਦਾ ਸਾਖੀ ਹੈ, ਉਹ ਓਂਕਾਰ ਹੈ। ਔਰ ਜਿਹੜੀ ਉੱਪਰ ਕਾਰ ਲੱਗੀ ਹੈ, ਡੰਡੀ ਲੱਗੀ ਹੈ,
ਉਹ ਉਹਨਾਂ ਤਿੰਨਾਂ ਨੂੰ ਜਾਣਨ ਵਾਲਾ ਜਿਹੜਾ ਤੁਰੀਆ ਅਵਸਥਾ ਵਿੱਚ ਪਰਮੇਸ਼ਰ ਬ੍ਰਹਮ ਹੈ ਉਹ ਵਜੂਦ ਹੈ। ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਸਭ ਤੋਂ ਪਹਿਲਾਂ ਇੱਕ ਓੰਕਾਰ ਲਿਖਿਆ। ਜਦੋਂ ਇਸ ਇੱਕ ਓੰਕਾਰ ਦੇ ਪੂਰੇ ਅਰਥ ਸਾਡੇ ਹਿਰਦੇ 'ਚ ਵਸ ਜਾਣ ਔਰ ਸਾਖਸ਼ਾਤ ਹੋ ਜਾਵੇ, ਉਦੋਂ ਬ੍ਰਹਮ ਗਿਆਨ ਦੀ ਸਮਾਪਤੀ ਸਮਝੋ ਪੂਰਨਤਾ ਹੋ ਜਾਂਦੀ ਹੈ। ਸੋ ਮਹਾਰਾਜ ਨੇ ਸਭ ਤੋਂ ਪਹਿਲਾਂ ਇਹ ਬੀਜ ਮੰਤਰ ਇੱਕ ਓੰਕਾਰ ਲਿਖਿਆ ਹੈ। ਪਰਮੇਸ਼ਰ ਇੱਕ ਹੈ, ਕੇਵਲ ਇੱਕ ਹੈ ਔਰ ਸਾਰਿਆਂ ਦਾ ਸਤ ਚੇਤਨ ਆਨੰਦ ਸਰੂਪ ਹੋ ਕੇ ਪ੍ਰਕਾਸ਼ ਕਰਨ ਵਾਲਾ ਹੈ, ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ, ਸਾਰਿਆਂ ਨੂੰ ਆਪਣੇ ਵਿੱਚ ਲੀਨ ਕਰਨ ਵਾਲਾ ਹੈ। ਤੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸ੍ਰੀ ਨਾਮ ਸੁਭਾਏਮਾਨ ਦਾ ਹੈ, ਜਿਹਦੀ ਸੋਭਾ ਹੋਵੇ ਉਹਨੂੰ ਕਹਿੰਦੇ ਸ੍ਰੀ। ਸ੍ਰੀ ਨਾਮ ਮਾਇਆ ਦਾ ਹੈ। ਆਦ ਭਵਾਨੀ ਈਸਰੀ ਮਾਇਆ ਜਾਂ ਕੋ ਨਾਮ। ਪਰਮਾਤਮਾ ਆਪਣੀ ਮਾਇਆ ਤੋਂ ਬਿਨਾਂ ਭਾਨ ਨਹੀਂ ਹੋ ਸਕਦਾ ਸੰਸਾਰ ਦੇ ਵਿੱਚ। ਮਾਇਆ ਕਰਕੇ ਹੀ ਸੰਸਾਰ ਹੈ। ਮਾਇਆ ਕਰਕੇ ਮੈਂ ਔਰ ਤੁਸੀਂ ਬੈਠੇ ਗੱਲਾਂ ਕਰ ਰਹੇ ਹਾਂ, ਕਥਾ ਕਰ ਰਹੇ ਹਾਂ। ਪਰਮੇਸ਼ਰ ਜੇ ਇਕੱਲਾ ਹੋਵੇ ਫਿਰ ਨਾ ਕੋਈ ਵਕਤਾ ਹੈ, ਨਾ ਕੋਈ ਸਰੋਤਾ ਹੈ। ਉਹ ਜਦੋਂ ਮਾਇਆ ਦੇ ਨਾਲ, ਆਪਣੀ ਮਾਇਆ ਦੇ ਨਾਲ ਸੰਸਾਰ ਪੈਦਾ ਕਰਦਾ ਹੈ, ਇਸ ਕਰਕੇ ਉਹਦੀ ਮਾਇਆ ਉਹਦੇ ਨਾਲ ਹੈ। ਸ੍ਰੀ ਸੁਭਾਏਮਾਨ ਅਥਵਾ ਉਹ ਸ਼ਕਤੀ ਵਾਲਾ ਹੈ। ਵਾਹਿਗੁਰੂ ਜੀ ਕੀ ਫਤਿਹ। ਜੋ ਪਰਮੇਸ਼ਰ ਸਾਰਿਆਂ ਤੋਂ ਸ਼੍ਰੋਮਣੀ ਹੈ ਔਰ ਉਹ ਸਾਰਿਆਂ ਦੇ ਅੰਦਰ ਪ੍ਰਕਾਸ਼ ਕਰਨ ਵਾਲਾ ਹੈ। ਵਾਹਿਗੁਰੂ ਦੇ ਅਰਥ ਵੀ ਭਾਈ ਸਾਹਿਬ ਸੰਤੋਖ ਸਿੰਘ ਜੀ ਨੇ ਬੜੇ ਸੁੰਦਰ ਕੀਤੇ ਹੈ। ਵਾਹ 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 ਪੰਜਾਬੀ ਦਾ ਸ਼ਬਦ ਹੈ। ਜਦੋਂ ਅਸੀਂ ਕੋਈ ਐਸੀ ਚੀਜ਼ ਦੇਖਦੇ ਹਾਂ ਜਿਸ ਨੂੰ ਦੇਖ ਕੇ ਅਸੀਂ ਹੈਰਾਨ ਹੋ ਜਾਈਏ, ਆਨੰਦਿਤ ਹੋ ਜਾਈਏ, ਬਿਸਮਾਦ ਹੋ ਜਾਈਏ, ਉਦੋਂ ਸਾਡੇ ਮੂੰਹ ਤੋਂ ਆਪੇ ਨਿਕਲਦਾ ਵਾਹ 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 ਜੀ ਵਾਹ। ਭਾਈ ਸੰਤੋਖ ਸਿੰਘ ਜੀ ਲਿਖਦੇ ਵਾਹ ਨਾਮ ਅਸਚਰਜ ਕੋ ਹੋਈ। ਹੈਰਾਨੀਜਨਕ ਕੋਈ ਗੱਲ ਹੈ ਨਾ, ਜਿਹੜੀ ਅਸਚਰਜ ਗੱਲ ਹੈ, ਜਿਸ ਨੂੰ ਵੇਖ ਕੇ ਬੰਦੇ ਦਾ ਮਨ ਬੁੱਧੀ ਕੰਮ ਕਰਨੋਂ ਹਟ ਜਾਂਦੇ ਆ ਤੇ ਉਹ ਵੇਖਦਾ ਹੀ ਰਹਿ ਜਾਂਦਾ। ਕੋਈ ਇੱਕ ਐਸੀ ਚੀਜ਼ ਸਾਹਮਣੇ ਆ ਜਾਂਦੀ ਹੈ, ਕੋਈ ਐਸਾ ਸੀਨ ਸਾਹਮਣੇ ਆ ਜਾਂਦਾ ਤੇ ਆਪਣੇ ਮੂੰਹ ਤੋਂ ਵਾਹ 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 ਨਿਕਲਦਾ। ਉਹ ਪਰਮਾਤਮਾ ਬੜਾ ਅਸਚਰਜ ਹੈ। ਜਦੋਂ ਉਹਦੀ ਅਸਚਰਜ ਮਾਇਆ ਦੇਖਦੇ ਹਾਂ, ਉਹਦਾ ਸੁੰਦਰ ਸਰੂਪ ਦੇਖਦੇ ਹਾਂ, ਉਹਦੀ ਜੋਤ ਦਾ ਪ੍ਰਤੱਖ ਦਰਸ਼ਨ ਕਰਦੇ ਹਾਂ, ਤਾਂ ਉਹਦੇ ਦਰਸ਼ਨ ਕਰਕੇ ਮੂੰਹ ਤੋਂ ਨਿਕਲਦਾ ਵਾਹ ਵਾਹ ਵਾਹ। ਵਾਹੋ ਵਾਹੋ ਤਿਸਨੋ ਆਖੀਐ, ਵਾਹੋ ਵਾਹੋ ਤਿਸਨੋ ਆਖੀਐ, ਵਾਹੋ ਤਿਸਨੋ ਆਖੀਐ, ਵਾਹੋ 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 ਵਾਹੋ ਤਿਸਨੋ ਆਖੀਐ। ਜੇ ਗੁਣ ਦਾਤਾ ਮਤ ਧੀਰ, ਗੁਣ ਦਾਤਾ ਮਤ ਧੀਰ, ਮਤ ਧੀਰ, ਗੁਣ ਦਾਤਾ ਮਤ ਧੀਰ। ਉਸ ਪਰਮਾਤਮਾ ਦੇ ਬੇਅੰਤ ਗੁਣਾਂ ਨੂੰ ਯਾਦ ਕਰਕੇ ਆਖੀਦਾ ਤੂੰ ਵਾਹ ਹੈ, ਤੂੰ ਹੈ ਵਾਹੋ ਤੇਰੀ ਰਜਾਏ। ਕਦੀ ਗੁਜਰੀ ਦੀ ਵਾਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 515, 16, 17 ਅੰਗ ਤੇ ਪੜ੍ਹੋ। ਉੱਥੇ ਸਾਧ ਸੰਗਤ ਜੀ ਵਾਹੋ ਵਾਹੋ ਦੀ ਬੜੀ ਵਿਆਖਿਆ ਗੁਰੂ ਅਮਰਦਾਸ ਸਾਹਿਬ ਨੇ ਕੀਤੀ ਹੈ। ਵਾਹੋ ਵਾਹੋ ਤਿਸਨੂੰ ਆਖੀਐ ਜੇ ਸਭ ਮੈਂ ਰਹਿਆ ਸਮਾਏ। ਕੀੜੀ 'ਚ ਵੀ ਓਨਾ ਹੀ ਹੈ ਜਿੰਨਾ ਹਾਥੀ 'ਚ ਹੈ, ਮੱਛਰ 'ਚ ਵੀ ਓਨਾ ਜਿੰਨਾ ਗਰੜ 'ਚ ਹੈ, ਓਨਾ ਹੀ ਰੱਬ ਸਾਧ ਵਿੱਚ ਵਸਦਾ, ਓਨਾ ਹੀ ਚੋਰ 'ਚ ਵਸਦਾ। ਇਹ ਨਹੀਂ ਵੀ ਰੱਬ ਸਾਧ ਵਿੱਚ ਜ਼ਿਆਦਾ ਵਸਦਾ ਤੇ ਚੋਰ 'ਚ ਘੱਟ ਵਸਦਾ, ਐਸੀ ਕੋਈ ਗੱਲ ਨਹੀਂ। ਇੱਕੋ ਜਿੰਨਾ ਹੀ ਹੈ, ਸਭ ਮੈਂ ਰਿਹਾ ਸਮਾਏ। ਵਾਹੋ ਵਾਹੋ ਤਿਸਨੂੰ ਆਖੀਐ ਜੇ ਦਿੰਦਾ ਰਿਜ਼ਕ ਸੰਵਾਹੇ। ਉਹਨੂੰ ਵੀ ਵਾਹ ਵਾਹ ਆਖੀਏ ਜਿਹੜਾ ਹਰ ਜੀਅ ਨੂੰ ਜਿਹੋ ਜਿਹਾ ਖਾਣਾ ਚਾਹੀਦਾ ਉਹੋ ਜਿਹਾ ਦੇ ਦਿੰਦਾ। ਗਊ ਨੂੰ ਘਾਸ, ਸ਼ੇਰ ਨੂੰ ਮਾਸ ਟਾਈਮ ਦੇ ਟਾਈਮ ਤੇ ਹੀ ਜਾ ਰਿਹਾ। ਕੈਸੀ ਵਿਚਿੱਤਰ ਲੀਲਾ ਹੈ ਉਸ ਦੀ। ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜ਼ਕ ਆਗਾ ਕਰ ਧਰਿਆ। ਜਿਹੜਾ ਐਸਾ ਪ੍ਰਭੂ ਹੈ, ਉਹਦੀ ਜਦੋਂ ਲੀਲਾ ਦੇਖੀਏ ਨਾ ਤੇ ਫਿਰ ਮੂੰਹ ਤੋਂ ਨਿਕਲਦਾ ਤੂੰ ਵਾਹ ਹੈ, ਤੂੰ ਵਾਹ ਹੈ, ਤੂੰ ਵਾਹ ਹੈ। ਤੇ ਗੁਰੂ ਵਾਹਿਗੁਰੂ
ਗੁਰੂ ਦਾ ਅਰਥ ਹੈ, ਭਾਈ ਸੰਤੋਖ ਸਿੰਘ ਜੀ ਕਹਿੰਦੇ, ਗੋਤਮ ਨਾਮ ਅਗਿਆਨ ਅਨਿਤ। ਗੱਗਾ ਅੱਖਰ ਗੂੜੇ ਹਨੇਰੇ ਦਾ ਵਾਚਕ ਹੈ। ਤਮ ਹਨੇਰਾ। ਯਜੁਰਵੇਦ ਵਿੱਚ ਸ਼ਲੋਕ ਆਇਆ, ਵਾ ਗੂ ਸ਼ਬਦੀ ਸਮਗਮ। ਕਹਿੰਦੇ ਜਿਹੜਾ ਗੁਰੂ ਗੂ ਸ਼ਬਦ ਹੈ ਇਹ ਹਨੇਰੇ ਦਾ ਵਾਚਕ, ਤਮ ਨਿਰੋਧਕ ਵਾਚਕ ਹੈ। ਤਮ ਨਿਰੋਧਕ ਰੂ ਸ਼ਬਦੋ ਗੁਰੂ ਰੇ ਤਦੀ ਲਕਸ਼ਣਮ, ਕਿ ਗੂ ਨਾਮ ਹਨੇਰੇ ਦਾ ਤੇ ਰੂ ਨਾਮ ਰੋਸ਼ਨੀ ਦਾ, ਪ੍ਰਕਾਸ਼ ਦਾ ਹੈ। ਜਿੱਥੇ ਗੂੜਾ ਹਨੇਰਾ ਹੋਵੇ ਉਥੇ ਦੀਵਾ ਬਾਲ ਦਿਓ, ਪ੍ਰਕਾਸ਼ ਹੋ ਗਿਆ। ਸਾਡੇ ਅੰਦਰ ਹਨੇਰਾ ਹੈ, ਸਾਡੇ ਅੰਦਰ ਅੰਧਕਾਰ ਛਾਇਆ ਹੋਇਆ ਹੈ। ਸਾਡੇ ਅੰਦਰ ਦੇ ਹਨੇਰੇ ਨੂੰ ਜੋ ਦੂਰ ਕਰ ਦਵੇ ਉਸ ਨੂੰ ਕਹਿੰਦੇ ਆ ਗੁਰੂ। ਹੋਰ ਵੀ ਵਿਦਵਾਨਾਂ ਨੇ ਅਰਥ ਕੀਤੇ ਗ੍ਰੀ ਧਾਤੂ ਤੋਂ। ਗ੍ਰੀ ਦਾ ਅਰਥ ਹੈ ਨਿਗਲ ਜਾਣਾ, ਖਾ ਜਾਣਾ। ਜਿਹੜਾ ਹਨੇਰੇ ਨੂੰ ਖਾ ਜਾਂਦਾ ਹੈ, ਖਤਮ ਹੀ ਕਰ ਦਿੰਦਾ। ਹਨੇਰਾ ਐਸੀ ਚੀਜ਼ ਹੈ, ਇਹਨੂੰ ਤੁਸੀਂ ਧੱਕੇ ਮਾਰ ਕੇ ਘਰੋਂ ਕੱਢੋ, ਨਹੀਂ ਨਿਕਲਦਾ। ਹਨੇਰੇ ਨੂੰ ਡਾਂਗ ਮਾਰ ਕੇ ਕੱਢੋ, ਨਹੀਂ ਨਿਕਲਦਾ। ਫੂਕਾ ਮਾਰ ਕੇ ਕੱਢੋ, ਨਹੀਂ ਨਿਕਲਦਾ। ਗਾਲਾਂ ਕੱਢੋ ਤਾਂ ਨਹੀਂ ਨਿਕਲਦਾ। ਦੀਵਾ ਬਾਲੋ, ਝੱਟ ਨਿਕਲ ਜਾਂਦਾ। ਹਨੇਰੇ ਨੂੰ ਬਾਹਰ ਕੱਢਣ ਦਾ ਇੱਕੋ ਹੀ ਤਰੀਕਾ, ਦੀਵਾ ਬਲੈ ਅੰਧੇਰਾ ਜਾਏ। ਜਦੋਂ ਦੀਵਾ ਬਲੇਗਾ ਹਨੇਰਾ ਦੂਰ ਹੋਏਗਾ। ਸਤਿਗੁਰੂ ਜੀ ਸਾਡੇ ਅੰਦਰ ਦੀਵਾ ਬਾਲਦੇ ਨੇ ਸ਼ਬਦ ਦਾ ਤੇ ਹਨੇਰਾ ਦੂਰ ਕਰਦੇ ਨੇ। ਇਸ ਕਰਕੇ ਉਹਨਾਂ ਨੂੰ ਕਹਿੰਦੇ ਗੁਰੂ। ਜਿਹੜਾ ਪ੍ਰਮਾਤਮਾ ਪ੍ਰਕਾਸ਼ ਰੂਪ ਹੈ, ਅੰਧਕਾਰ ਦਾ ਵਿਨਾਸ਼ਕ ਹੈ, ਉਸ ਨੂੰ ਕਹਿੰਦੇ ਨੇ ਵਾਹਿਗੁਰੂ। ਵਾਹਿਗੁਰੂ ਜੀ ਕੀ ਫਤਿਹ ਹੈ ਜੀ, ਆਦਰ ਬੋਧਕ ਸ਼ਬਦ ਹੈ। ਐਸੇ ਵਾਹਿਗੁਰੂ ਜੀ ਕੀ ਹਰ ਮੈਦਾਨ ਫਤਿਹ ਨਾਮ ਜਿੱਤਦਾ ਹੈ। ਕਲਗੀਧਰ ਪਿਤਾ ਜੀ ਮਹਾਰਾਜ ਨੇ ਭੰਗਾਣੀ ਦਾ ਜੰਗ ਜਿੱਤਿਆ। ਖਾਲਸੇ ਨੇ ਵਧਾਈ ਦਿੱਤੀ, ਮਹਾਰਾਜ ਵਧਾਈ ਹੋਵੇ, ਤੁਹਾਡੀ ਜਿੱਤ ਹੋਈ ਹੈ। ਸਤਿਗੁਰੂ ਕਹਿੰਦੇ, ਭਾਈ ਜੀਤ ਮੇਰੀ ਕਿਰਪਾ ਕਾਰ ਕੇਰੀ। ਕਹਿਣ ਲੱਗੇ ਸਾਡੀ ਜਿੱਤ ਨਹੀਂ, ਵਾਹਿਗੁਰੂ ਦੀ ਜਿੱਤ ਹੋਈ ਹੈ। ਬੋਲਾ ਦਿੱਤਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜੂਰ ਜਿਹੜੀ ਵੀ ਬਾਣੀ ਰਚਦੇ ਸਨ ਉਹਦੇ ਪਹਿਲਾਂ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਲਿਖਦੇ ਸਨ। ਔਰ ਵਾਹਿਗੁਰੂ ਜੀ ਕੀ ਫਤਿਹ ਚਿੱਠੀਆਂ ਵਿੱਚ, ਹੁਕਮਨਾਮਿਆਂ ਵਿੱਚ ਵੀ ਲਿਖਦੇ ਸਨ। ਸੋ ਵਾਹਿਗੁਰੂ ਜੀ ਕੀ ਫਤਿਹ ਹੈ। ਖਾਲਸਾ ਉਹਦੀ ਫੌਜ ਹੈ। ਜਦੋਂ ਫੌਜ ਜੰਗ ਜਿੱਤ ਕੇ ਆਉਂਦੀ ਹੈ, ਉਹ ਜਿੱਤ ਦਾ ਸਿਹਰਾ ਰਾਜੇ ਦੇ ਮਾਲਕ ਦੇ ਸਿਰ ਤੇ ਵੱਜਦਾ ਹੈ। ਖਾਲਸਾ ਕੋਈ ਵੀ ਜੰਗ ਫਤਿਹ ਕਰੇਗਾ, ਜਿੱਤ ਵਾਹਿਗੁਰੂ ਦੀ ਹੋਵੇਗੀ। ਸੋ ਵਾਹਿਗੁਰੂ ਜੀ ਕੀ ਹਰ ਮੈਦਾਨ ਫਤਿਹ ਹੈ। ਸਾਧ ਸੰਗਤ ਜੀ, ਦਸਮ ਪਾਤਸ਼ਾਹ ਦੀ ਬਾਣੀ ਨੂੰ ਸਮਝਣਾ ਹੋਵੇ ਤੇ ਉਹਨਾਂ ਦਾ ਇਤਿਹਾਸ ਵੀ ਸਮਝ ਲਓ। ਦਸਵੇਂ ਪਾਤਸ਼ਾਹ ਮਹਾਰਾਜ ਵੀਰ ਰਸ ਵਿੱਚ ਤਿਆਰ ਬਰ ਤਿਆਰ ਰਹੇ ਨੇ, ਢਿੱਲੇ ਮੱਠੇ ਪਹਿਰੇ ਨਹੀਂ ਕੀਤੇ। ਹਰ ਗੱਲ ਵਿੱਚ ਪਹਿਰਾ ਕੜਕਦਾ ਸੀਗਾ। ਜੇ ਕੋਈ ਇਕੱਲੇ ਨੂੰ ਬੁਲਾਉਣਾ ਤੇ 1.25 ਲੱਖ ਫੌਜ ਹੈ, ਯਾਨੀ ਗਿਣਤੀ ਜਿਹੜੀ ਹੈ ਚੜ੍ਹਦੀ ਕਲਾ ਵਾਲੀ। ਬੋਲਾ ਚੜ੍ਹਦੀ ਕਲਾ ਵਾਲਾ, ਢਿੱਲਾ ਬੋਲਾ ਹੀ ਨਹੀਂ ਸਤਿਗੁਰਾਂ ਨੇ ਬੋਲਿਆ। ਤੇ ਜੇ ਬਾਣੀ ਉਹਨਾਂ ਦੀ ਵੇਖੋ ਤੇ ਫਿਰ ਕੜਾਕੇ ਕੱਢਦੀ ਹੈ ਪੂਰੇ ਵੀਰ ਰਸ ਦੇ। ਕਾਕੜਦੰਗ ਕਾਤੀ ਕਟਾਰੀ ਕੜਾਕੰਗ ਤਾਕੜਦੰਗ ਧੀਰੰਗ ਤੁਪਕੰਗ ਤੜਾਕੰਗ ਝਾਕੜਦੰਗ ਨਾਕੜਦੰਗ ਬਾਗੜਦੰਗ ਬਾਜੇ ਗਾਗੜਦੰਗ ਗਾਜੀ ਮਹਾਂ ਗੱਜ ਗੱਜ। ਉਹਦਾ ਇਤਿਹਾਸ ਤੇ ਪਾਤਸ਼ਾਹ ਜੀ ਦਾ ਵਾਚੋ, ਫਿਰ ਪਤਾ ਲੱਗੇਗਾ। ਮੋਟੀ ਜੀ ਗੱਲ ਹੈ ਵੀ ਜੇ ਕਿਸੇ ਬਾਣੀਏ ਦੇ ਘਰ ਪੁੱਤਰ ਜੰਮੇ ਤੇ ਉਹਦਾ ਨਾਮ ਧਨੀ ਰਾਮ ਰੱਖਦੇ ਆ, ਦੌਲਤ ਰਾਏ ਰੱਖਦੇ ਆ, ਲక్ష్ਮੀ ਦਾਸ ਰੱਖਦੇ ਆ। ਪਰ ਕਲਗੀਧਰ ਪਾਤਸ਼ਾਹ ਦੇ ਘਰ ਪੁੱਤਰ ਜੰਮਿਆ, ਨਾਮ ਰੱਖਿਆ ਅਜੀਤ ਸਿੰਘ, ਜੋਰਾਵਰ ਸਿੰਘ, ਜੁਝਾਰ ਸਿੰਘ, ਫਤਿਹ ਸਿੰਘ। ਇਹ ਵੀਰਸੀ ਨਾਮ ਮਹਾਰਾਜ ਸੱਚੇ ਪਾਤਸ਼ਾਹ ਨੇ ਰੱਖੇ। ਤਾਂ ਬੋਲਾ ਵੀ ਅਕਾਲ ਪੁਰਖ ਦਾ ਸਰੂਪ ਵੀ ਜਿਹੜਾ ਹੈ ਨਾ, ਉਹ ਵੀ ਜੰਗੀ। ਨਮਸਕਾਰ ਸ੍ਰੀ ਖੜਗ ਕੋ, ਸ੍ਰੀ ਅਸ ਧੁਜ, ਸ੍ਰੀ ਅਸ ਕੇਤ, ਸ੍ਰੀ ਅਸ ਧੁਜਾ ਭਏ ਦਇਆਲਾ, ਪੂਰਨ ਕਰਾ ਕਰਨ ਤਤਕਾਲਾ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਅਸਪਾਨ ਦਾ ਮਤਲਬ ਕੀ ਹੈ? ਪਾਨ ਹੱਥ ਨੂੰ ਕਹਿੰਦੇ ਆ, ਅਸ ਕਿਰਪਾਨ ਨੂੰ ਕਹਿੰਦੇ ਆ। ਜਿਹਦੇ ਹੱਥ ਵਿੱਚ ਖੰਡਾ ਹੈ, ਜਿਹਦੇ ਹੱਥ ਵਿੱਚ ਸ਼ਸਤਰ ਹੈ, ਉਹ ਅਸਪਾਨ ਹੈ। ਜਿਹਦੇ ਝੰਡੇ ਉੱਤੇ ਖੰਡਾ ਹੈ, ਉਹ ਅਸ ਧੁਜ ਹੈ। ਧੁਜ ਨਾਮ ਝੰਡੇ ਦਾ। ਖਾਲਸੇ ਪੰਥ ਨੂੰ ਜਿਹੜਾ ਝੰਡਾ ਦਿੱਤਾ ਹੈ, ਦੁਨੀਆ ਦੇ ਵਿੱਚ ਤੁਸੀਂ ਰਹਿੰਦੇ ਹੋ, ਹਰ ਮੁਲਕ ਦਾ ਝੰਡਾ ਹੈ। ਇੰਡੀਆ ਦਾ ਝੰਡਾ ਹੈ, ਕੈਨੇਡਾ ਦਾ, ਅਮਰੀਕਾ ਦਾ, ਅਫਰੀਕਾ ਦਾ, ਹਰ ਮੁਲਕ ਦੇ ਸੈਂਕੜੇ ਮੁਲਕ ਨੇ ਤੇ ਸੈਂਕੜੇ ਝੰਡੇ ਨੇ। ਕਿਸੇ ਝੰਡੇ ਦੇ ਖੰਡਾ ਦੇਖਿਆ?
ਕਿਸੇ ਮੁਲਕ ਦੇ ਝੰਡੇ ਤੇ ਖੰਡਾ ਹੈ, ਕਿਸੇ ਮਜ਼ਹਬ ਦੇ ਮੁਸਲਮਾਨਾਂ ਦਾ ਹੈਦਰੀ ਝੰਡਾ ਹੈ, ਹਿੰਦੂਆਂ ਦਾ ਝੰਡਾ ਹੈ, ਈਸਾਈਆਂ ਦੇ ਝੰਡੇ ਹਨ, ਪਰ ਝੰਡਾ ਖੰਡੇ ਵਾਲਾ ਸਿਰਫ ਕਲਗੀਧਰ ਪਾਤਸ਼ਾਹ ਦਾ ਹੈ। ਸ੍ਰੀ ਅਸ ਧੁਜ, ਜਿਹਦੇ ਧੁਜ ਨਾਮ ਝੰਡੇ ਤੇ ਅਸ ਨਾਮ ਖੰਡਾ ਬਿਰਾਜਮਾਨ ਹੈ, ਉਹ ਅਸ ਧੁਜ ਹੈ। ਇਹ ਵੀਰਤਾ ਭਰੀ ਬਾਣੀ, ਇਹ ਵੀਰ ਅਸੀਂ ਸਤਿਗੁਰਾਂ ਦੇ ਹਿਰਦੇ 'ਚੋਂ ਪੈਦਾ ਹੋਈ। ਇਸ ਕਰਕੇ ਪ੍ਰਮਾਤਮਾ ਦਾ ਮੰਗਲ ਕਰਨ ਲੱਗਿਆਂ ਪਹਿਲਾਂ ਫਤਿਹ ਗਜਾ ਦਿੱਤੀ ਹੈ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਤੇ ਹੁਣ ਮਹਾਰਾਜ ਖਾਲਸੇ ਦੀ ਮਹਿਮਾ ਦੱਸਦੇ ਹਨ। ਹਾਂਜੀ। ਸ੍ਰੀ ਮੁਖ ਵਾਕ ਪਾਤਸ਼ਾਹੀ 10ਵੀਂ। ਸੁਭਾਏ ਮਾਨ ਮੁਖ ਤੋਂ ਵਾਕ ਉਚਾਰਨ ਕੀਤਾ। ਸ੍ਰੀ ਮੁਖ ਵਾਕ, ਸੋਹਣੇ ਮੁਖ ਤੋਂ ਪਾਤਸ਼ਾਹ ਜੀ ਕਲਗੀਧਰ ਜੀ ਬਾਣੀ ਉਚਾਰ ਰਹੇ। ਪਾਤਸ਼ਾਹੀ 10ਵੀਂ, 10ਵੇਂ ਪਾਤਸ਼ਾਹ ਜੀ। ਇਹ ਸਿਰਲੇਖ ਸਤਿਗੁਰੂ ਜੀ ਨੂੰ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਦੇ ਰਹੇ ਨੇ। ਲਿਖਾਰੀ ਨੇ ਸਤਿਗੁਰਾਂ ਦੇ ਨਾਲ ਬੈਠੇ ਹੋਏ ਲਿਖ ਰਹੇ ਨੇ। ਜਦੋਂ ਮਹਾਰਾਜ ਬਾਣੀ ਬੋਲਦੇ ਸੀ ਉਹ ਪਹਿਲਾਂ ਲਿਖ ਦਿੰਦੇ ਸੀ ਸ੍ਰੀ ਮੁਖ ਵਾਕ ਪਾਤਸ਼ਾਹੀ 10ਵੀਂ, ਕਿ ਸਤਿਗੁਰੂ ਬੋਲਣ ਲੱਗੇ 10ਵੇਂ ਪਾਤਸ਼ਾਹ। ਜਿਵੇਂ ਸਤਿਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਨਾਲ ਮਹੱਲਾ ਪਾਦ ਆਉਂਦਾ ਹੈ, ਸਤਿਗੁਰਾਂ ਦੀ ਬਾਣੀ 'ਚ 10ਵੇਂ ਪਾਤਸ਼ਾਹ ਦੀ ਬਾਣੀ 'ਚ ਪਾਤਸ਼ਾਹੀ ਪਦ ਆਉਂਦਾ ਹੈ। ਸਾਧ ਸੰਗਤ ਜੀ, ਮਹੱਲਾ ਉਸ ਜਗ੍ਹਾ ਨੂੰ ਕਹਿੰਦੇ ਆ ਜਿੱਥੇ ਕੋਈ ਆ ਕੇ ਵਸਿਆ ਹੋਵੇ, ਟਿਕਿਆ ਹੋਵੇ, ਰਹਿੰਦਾ ਹੋਵੇ। ਮਹੱਲਾ ਪਦ ਦੇ ਅਰਥ ਸਮਝੋਗੇ ਤੇ ਫਿਰ ਪਾਤਸ਼ਾਹੀ ਤੱਕ ਗੱਲ ਆ ਜਾਣੀ ਹੈ। ਅਰਬੀ ਦੇ ਵਿੱਚ ਇੱਕ ਸ਼ਬਦ ਹੈ ਹਲੂਲ ਕਰਨਾ। ਹਲੂਲ, ਹਲੂਲ ਦਾ ਮਤਲਬ ਹੁੰਦਾ ਹੈ ਇੱਕ ਚੀਜ਼ ਦਾ ਦੂਜੀ ਜਗ੍ਹਾ ਵਿੱਚ ਮਿਕਸ ਕਰ ਦੇਣਾ, ਲੀਨ ਕਰ ਦੇਣਾ। ਜਿਵੇਂ ਕੋਈ ਨਦੀ ਜਾ ਕੇ ਸਮੁੰਦਰ 'ਚ ਹਲੂਲ ਹੋ ਜਾਂਦੀ ਹੈ। ਜਿਵੇਂ ਕੋਈ ਘੜੇ ਦਾ ਪਾਣੀ ਪਾ ਦਿਓ ਤੁਸੀਂ ਨਦੀ ਦੇ ਵਿੱਚ ਪਾ ਦਿਓ, ਜਾਂ ਤੁਸੀਂ ਕਿਸੇ ਚੀਜ਼ ਨੂੰ ਲਿਆ ਕੇ ਕਿਸੇ ਦੂਜੀ ਜਗ੍ਹਾ ਦੇ ਵਿੱਚ ਪਾ ਦਿਓ, ਉਹਨੂੰ ਕਹਿੰਦੇ ਹਲੂਲ ਹੋ ਗਈ, ਮਿਕਸ ਹੋ ਗਈ, ਇੱਕ ਮਿਕ ਹੋ ਗਈ। ਜਿੱਥੇ ਕੋਈ ਚੀਜ਼ ਆ ਕੇ ਹਲੂਲ ਹੁੰਦੀ ਹੈ ਨਾ, ਦੂਰੋਂ ਆਈ ਉੱਥੇ ਆ ਕੇ ਹਲੂਲ ਹੋ ਗਈ, ਉਸ ਜਗ੍ਹਾ ਨੂੰ ਮਹੱਲਾ ਕਹਿੰਦੇ ਅਰਬੀ ਦੇ ਵਿੱਚ। ਪਰਮਾਤਮਾ ਦੀ ਜੋਤ ਪਹਿਲੇ ਜਾਮੇ 'ਚ ਵਰਤ ਗਈ ਤੇ ਉਹ ਹੋ ਗਿਆ ਮਹੱਲਾ ਪਹਿਲਾ। ਉਹੀ ਜੋਤ ਗੁਰੂ ਅੰਗਦ ਸਾਹਿਬ ਦੇ ਵਿੱਚ ਹਲੂਲ ਹੋ ਗਈ ਤੇ ਮਹੱਲਾ ਦੂਜਾ। ਉਹੀ ਜੋਤ ਗੁਰੂ ਅਮਰਦਾਸ ਵਿੱਚ ਹਲੂਲ ਕਰ ਗਈ ਤੇ ਮਹੱਲਾ ਤੀਜਾ। 9ਵੇਂ ਪਾਤਸ਼ਾਹ ਤੱਕ ਮਹੱਲਾ ਪਾਦ ਆਇਆ। ਡਾਕਟਰ ਤਾਰਨ ਸਿੰਘ ਜੀ ਬਹੁਤ ਵੱਡੇ ਵਿਦਵਾਨ ਹੋਏ ਨੇ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ। ਬਹੁਤ ਵਧੀਆ ਪੁਸਤਕਾਂ ਉਹਨਾਂ ਨੇ ਲਿਖੀਆਂ ਨੇ। ਸ੍ਰੀ ਦਸਮ ਗ੍ਰੰਥ ਸਾਹਿਬ ਬਾਰੇ ਇੱਕ ਬਹੁਤ ਵਧੀਆ ਪੁਸਤਕ ਸ੍ਰੀ ਦਸਮ ਗ੍ਰੰਥ ਰੂਪ ਤੇ ਰਾਸ ਲਿਖੀ ਹੈ। ਡਾਕਟਰ ਤਾਰਨ ਸਿੰਘ ਜੀ ਕਹਿੰਦੇ ਆ ਕਿ ਇਹ ਜੋਤ ਨਿਰੰਕਾਰੀ ਗੁਰੂ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੀ ਜਦੋਂ ਸੱਜ ਧੱਜ ਕੇ ਕਲਗੀਆਂ ਤੋੜੇ ਲਾ ਕੇ ਨੀਲੇ ਦਾ ਸ਼ਾਹ ਸਵਾਰ ਬਣ ਕੇ ਬਿਰਾਜਮਾਨ ਹੋਈ ਤਾਂ ਇਹ ਮਹੱਲੇ ਤੋਂ ਪਾਤਸ਼ਾਹ ਬਣ ਗਈ ਤੇ ਇਸ ਕਰਕੇ ਇਹਦਾ ਨਾਮ ਬਣ ਗਿਆ ਪਾਤਸ਼ਾਹੀ। ਕਈ ਸ਼ੰਕਾ ਕਰਦੇ ਆ ਵੀ ਮਹੱਲਾ 10ਵਾਂ ਕਿਉਂ ਨਹੀਂ ਲਿਖਦੇ, ਪਾਤਸ਼ਾਹੀ ਕਿਉਂ ਲਿਖੀ ਹੈ। ਖਾਲਸਾ ਜੀ, ਹੁਣ ਸਮਾਂ ਹੀ ਪਾਤਸ਼ਾਹੀ ਕਰਨ ਦਾ ਸੀਗਾ। ਜੇ ਪਾਤਸ਼ਾਹਾਂ ਜ਼ਾਲਮਾਂ ਨਾਲ ਟੱਕਰ ਲੈਣੀ ਸੀ ਤੇ ਫਿਰ ਤਖਤਾਂ ਤੇ ਬਹਿਣਾ ਸੀ, ਤਾਜਾਂ ਤੇ ਬਾਜਾਂ ਦੇ ਨਾਲ ਸੁਭਾਏਮਾਨ ਹੋਣਾ ਸੀ ਤੇ ਪਾਤਸ਼ਾਹ ਸੱਚੇ ਗੁਰੂ ਗੋਬਿੰਦ ਸਿੰਘ ਕਲਗੀਧਰ ਜੀ ਬਣੇ। ਪਾਤਸ਼ਾਹੀ 10ਵੀਂ ਇਹ ਸਤਿਗੁਰਾਂ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵਾਚਕ ਹੈ। ਹਾਂਜੀ, ਸਵਈਆ। ਸਵਈਆ ਮਹਾਰਾਜ ਉਚਾਰਨ ਕਰਦੇ ਆ। 10ਵੇਂ ਦੇ ਵਿੱਚ ਬਹੁਤੀ ਬਾਣੀ ਸਵਈਆਂ ਵਿੱਚ ਹੈ। ਹੋਰ ਵੀ ਬਹੁਤ ਸਾਰੇ 300 ਕਿਸਮ ਦੇ ਛੰਦ ਵਰਤੇ ਹੈ, ਪਰ ਸਵਈਆ ਸਤਿਗੁਰਾਂ ਦਾ ਬਹੁਤ ਪਿਆਰਾ ਛੰਦ ਹੈ। ਹਾਂਜੀ। ਜਾਗਤ ਜੋਤ ਜਪੈ ਨਿਸਬਾਸੁਰ। ਮਹਾਰਾਜ 10ਵੇਂ ਪਾਤਸ਼ਾਹ ਕਲਗੀਧਰ ਜੀ ਕਹਿੰਦੇ ਖਾਲਸਾ ਇਹੋ ਜਿਹਾ ਹੋਵੇ। ਜਾਗਤ ਜੋਤ ਜਪੈ ਨਿਸਬਾਸੁਰ, 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 ਜਾਗਤ ਜੋਤ ਜਪੈ ਨਿਸਬਾਸੁਰ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਇਸ ਸ਼ਬਦ ਨੂੰ ਇਦਾਂ ਗਾਇਆ ਕਰਦੇ ਸੀ। ਜਪੋ ਖਾਲਸਾ ਜੀ ਤੁਸੀਂ ਜਾਗਦੀ ਜੋਤ ਨੂੰ, ਜਪੋ ਖਾਲਸਾ ਜੀ ਤੁਸੀਂ ਜਾਗਦੀ ਜੋਤ ਨੂੰ, ਜਪੋ ਖਾਲਸਾ ਜੀ ਤੁਸੀਂ ਜਾਗਦੀ ਜੋਤ ਨੂੰ, ਜਪੋ
ਖਾਲਸਾ ਜੀ ਤੁਸੀਂ ਜਾਗਦੀ ਜੋਤ। ਜਪੋ ਖਾਲਸਾ ਜੀ ਤੁਸੀਂ ਜਾਗਦੀ ਜੋਤ ਨੂੰ, ਜਪੋ ਖਾਲਸਾ ਜੀ ਤੁਸੀਂ ਜਾਗਦੀ ਜੋਤ ਨੂੰ। ਜਪੋ ਖਾਲਸਾ ਜੀ ਤੁਸੀਂ ਜਾਗਦੀ ਜੋਤ ਨੂੰ, ਜਪੋ ਖਾਲਸਾ ਜੀ ਤੁਸੀਂ ਜਾਗਦੀ ਜੋਤ ਨੂੰ। ਜਾਗਤ ਜੋਤ ਜਪੈ ਨਿਸਬਾਸੁਰ, ਜਾਗਤ ਜੋਤ ਜਪੈ ਨਿਸਬਾਸੁਰ। ਜੋਤ ਜਪੈ ਨਿਸਬਾਸੁਰ, ਜਾਗਤ ਜੋਤ ਜਪੈ ਨਿਸਬਾਸੁਰ। ਨੇਸਰ ਕਹਿੰਦੇ ਰਾਤ ਨੂੰ, ਬਾਸਰ ਕਹਿੰਦੇ ਦਿਨ ਨੂੰ। ਦਿਨ ਰਾਤ ਉਹ ਅਕਾਲ ਪੁਰਖ ਦੀ ਜੋਤ ਜਗਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਜੋਤ ਅਖੰਡ ਜੋਤ ਹੈ, ਪ੍ਰਤੱਖ ਜੋਤ ਹੈ, ਸਾਰਿਆਂ ਵਿੱਚ ਬਿਰਾਜਮਾਨ ਜੋਤ ਹੈ। ਉਹ ਜੋਤ ਨਾ ਕਿਸੇ ਨੇ ਜਗਾਈ ਹੈ ਤੇ ਨਾ ਕਿਸੇ ਤੋਂ ਬੁਝਾਈ ਜਾਣੀ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਜੋਤ ਨੂੰ ਕਦੋਂ ਕਿਸ ਨੇ ਕਦੋਂ ਜਗਾਇਆ ਕੋਈ ਨਹੀਂ ਦੱਸ ਸਕਦਾ, ਕਿਉਂਕਿ ਜੋਤ ਆਪ ਹੀ ਹੈ। ਆਖੋ ਸ੍ਰੀ ਵਾਹਿਗੁਰੂ। ਉਹਨੂੰ ਜਗਾਉਣ ਵਾਲਾ ਤਾਂ ਦੂਸਰਾ ਹੁੰਦਾ, ਦੂਸਰਾ ਕੋਈ ਹੈ ਹੀ ਨਹੀਂ ਸੀ, ਉਹ ਆਪ ਹੀ ਸੀ ਤੇ ਉਹਨੂੰ ਕੋਈ ਬੁਝਾ ਵੀ ਨਹੀਂ ਸਕੇਗਾ। ਉਹ ਅਖੰਡ ਜੋਤ ਹੈ। ਉਸ ਜਾਗਦੀ ਜੋਤ ਨੂੰ ਤੁਹਾਡੇ ਅੰਦਰ ਕਲਗੀਧਰ ਪਾਤਸ਼ਾਹ ਕਹਿੰਦੇ ਤੁਸੀਂ ਉਹਨੂੰ ਜਪੋ। ਜਾਗਤ ਜੋਤ ਜਪੈ ਨਿਸਬਾਸੁਰ। ਜਿਹੜਾ ਉਸ ਜਾਗਦੀ ਜੋਤ ਨੂੰ ਦਿਨ ਰਾਤ ਧਿਆਨ ਧਰ ਕੇ ਵਾਹਿਗੁਰੂ 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 ਜਪਦਾ ਹੈ। ਹਾਂਜੀ, ਏਕ ਬਿਨਾ ਮਨ ਨੈਕ ਨਾ ਆਨੈ। ਇੱਕ ਨੂੰ ਛੱਡ ਕੇ ਦੂਸਰੇ ਦਾ ਨੈਕ ਥੋੜੇ ਜਿੰਨਾ ਵੀ ਫੁਰਨਾ ਮਨ ਵਿੱਚ ਨਾ ਆਣ ਦਵੇ। ਦੂਜਾ ਕੋਈ ਹੈ ਹੀ ਨਹੀਂ। ਦੂਜਾ ਕਾਹੇ ਸਿਮਰਿਐ ਜੰਮੈ ਤੈ ਮਰ ਜਾਏ। ਇੱਕ ਨੇ ਰਹਿਣਾ, ਬਾਕੀ ਦੂਜਾ ਕੁਝ ਰਹਿਣਾ ਹੀ ਕੋਈ ਨਹੀਂ। ਇਹ ਸਰੀਰ ਨਹੀਂ ਰਹਿਣੇ, ਆ ਸੰਸਾਰ ਨਹੀਂ ਰਹਿਣਾ। ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਸਿਖਰ ਦੀ ਗੱਲ ਦੱਸੀ ਹੈ। ਉਹ ਕਹਿੰਦੇ ਨੇ ਧਰਤ ਆਕਾਸ਼ ਪਤਾਲ ਹੈ, ਚੰਦ ਸੂਰ ਬਿਨਾਸੀ। ਧਰਤੀ ਆਕਾਸ਼ ਚੰਦਰਮਾ, ਧਰਤੀ ਤੇ ਜਿਹਦੇ ਆਪਾਂ ਕਹਿੰਦੇ ਆ ਵੀ ਆਹ ਬਿਲਡਿੰਗਾਂ ਰਹਿਣਗੀਆਂ, ਮਕਾਨ ਰਹਿਣਗੇ, ਇਹ ਤਾਂ ਬੜੀ ਦੂਰ ਦੀ ਗੱਲ ਹੈ। ਧਰਤੀ ਵੀ ਨਹੀਂ ਰਹਿਣੀ ਜਿੱਥੇ ਰਹਿ ਰਹੇ ਹਾਂ ਅਸੀਂ। ਧਰਤ ਆਕਾਸ਼ ਪਤਾਲ ਹੈ, ਚੰਦ ਸੂਰ ਬਿਨਾਸੀ। ਬਾਦਸ਼ਾਹ ਸ਼ਾਹ ਉਮਰਾਵ ਖਾਨ ਢਾਏ ਡੇਰੇ ਜਾਸੀ। ਕੁਝ ਨਹੀਂ ਰਹਿਣਾ। ਉਸ ਜਾਗਦੀ ਜੋਤ ਨੇ ਸਦਾ ਹੀ ਰਹਿਣਾ, ਉਹਨੇ ਨਹੀਂ ਮਰਨਾ। ਏਕ ਬਿਨਾ ਮਨ ਨੈਕ ਨਾ ਆਨੈ। ਉਹ ਜਿਹਨੇ ਸਦਾ ਰਹਿਣਾ ਉਹਨੂੰ ਛੱਡ ਕੇ ਝੂਠੇ ਦਾ ਕਿਉਂ ਫੁਰਨਾ ਕਰੀਏ, ਕਿਉਂ ਮਾਣ ਕਰੀਏ? ਸਰੀਰ ਦਾ ਮਾਣ, ਆਪਣੀ ਜਾਤੀ ਦਾ ਮਾਣ, ਆਪਣੀ ਪਦਵੀ ਦਾ ਮਾਣ, ਆਪਣੇ ਪਰਿਵਾਰ ਦਾ ਮਾਣ, ਆਪਣੀ ਧਨ ਸੰਪਦਾ ਦਾ ਮਾਣ, ਆਪਣੀ ਵਿੱਦਿਆ ਦਾ ਮਾਣ, ਆਪਣੀ ਅਕਲ ਦਾ ਮਾਣ, ਆਪਣੀ ਤਾਕਤ ਦਾ ਮਾਣ ਕਾਹਦਾ ਹੈ? ਕੱਖ ਵੀ ਨਹੀਂ। ਆਖੋ ਸ੍ਰੀ ਵਾਹਿਗੁਰੂ। ਇੱਕ ਅੰਦਰ ਜਿਹੜੀ ਸਾਡੇ ਸਰੀਰ 'ਚ ਆਤਮਾ ਹੈ, ਜਿਹਦੇ ਕਰਕੇ ਇਹ ਸਰੀਰ ਤੁਰਿਆ ਫਿਰਦਾ, ਜਿਹਦੇ ਕਰਕੇ ਅੱਖਾਂ ਦੇਖਦੀਆਂ ਨੇ, ਜਿਹਦੇ ਕਰਕੇ ਕੰਨ ਸੁਣਦੇ ਨੇ, ਹੱਥ ਪਕੜਦੇ ਨੇ, ਪੈਰ ਤੁਰਦੇ ਨੇ, ਦਿਲ ਧੜਕਦਾ, ਦਿਮਾਗ ਸੋਚਦਾ, ਉਹ ਜੋਤ ਤੋਂ ਬਿਨਾਂ ਬਾਕੀ ਸਭ ਡੈਡ ਹੈ। ਆਖੋ ਸ੍ਰੀ ਵਾਹਿਗੁਰੂ। ਮੁਰਦੇ ਦੇ ਵਿੱਚ ਅੱਖਾਂ ਵੀ ਹੁੰਦੀਆਂ ਨੇ, ਕੰਨ ਵੀ ਹੁੰਦੇ ਨੇ, ਹਾਰਟ ਵੀ ਹੁੰਦਾ ਹੈ, ਦਿਮਾਗ ਵੀ ਹੁੰਦਾ ਹੈ, ਪਰ ਡਾਕਟਰ ਕਹਿੰਦਾ ਇਹ ਡੈਡ ਹੈ, ਇਹ ਨਹੀਂ ਹੁਣ ਦੇਖ ਸਕਦਾ, ਇਹ ਨਹੀਂ ਬੋਲ ਸਕਦਾ। ਉਹਨੂੰ ਪੁੱਛੋ ਕੀ ਹੋ ਗਿਆ? ਸਾਰਾ ਕੁਝ ਤਾਂ ਵਿੱਚ ਹੀ ਹੈ। ਕਹਿੰਦਾ ਵਿੱਚੇ ਸਾਰਾ ਕੁਝ ਹੈ, ਪਰ ਜਿਹਦੇ ਕਰਕੇ ਕੰਮ ਕਰਦੀ ਸੀ ਮਸ਼ੀਨਰੀ ਉਹ ਚਲਾ ਗਿਆ। ਉਹ ਜੋਤ ਅਕਾਲ ਪੁਰਖ ਦੀ। ਉਸ ਜੋਤ ਨੂੰ ਛੱਡ ਕੇ ਇਹ ਬੰਦੇ ਤੂੰ ਬਾਕੀ ਚੀਜ਼ਾਂ ਵੱਲ ਧਿਆਨ ਦੇ ਰਿਹਾ। ਅੱਜ ਸਾਰਿਆਂ ਦਾ ਸਾਡਾ ਧਿਆਨ ਸਰੀਰ ਵੱਲ ਵੀ ਹੈ, ਪਰਿਵਾਰ ਵੱਲ ਵੀ ਹੈ, ਪਦਾਰਥਾਂ ਵੱਲ ਵੀ ਹੈ, ਪਰ ਉਸ ਪ੍ਰਤੱਖ ਜੋਤ ਵੱਲ ਨਹੀਂ ਹੈ। ਉਹ ਜੋਤ ਵੱਲ ਸਾਡਾ ਧਿਆਨ ਨਹੀਂ ਜਾ ਰਿਹਾ। ਉਹ ਜੋਤ ਸਾਡੇ ਅੰਦਰ ਹੈ। ਮਹਾਰਾਜ ਕਹਿੰਦੇ ਉਹ ਅਕਾਲ ਪੁਰਖ ਦੀ ਜਾਗਦੀ ਜੋਤ ਨੂੰ ਛੱਡੋ ਨਾ, ਤੇ ਝੂਠੇ ਪਦਾਰਥਾਂ ਨੂੰ ਆਪਣੇ ਮਨ ਵਿੱਚ ਨਾ ਲਿਆਓ। ਨੈਕ ਨਾ, ਨੈਕ ਮੈਨੇ ਥੋੜਾ ਜਿੰਨਾ ਵੀ। 9.5 ਕਰੋੜ ਰੁਪਈਆ ਨਗਦ, ਹੀਰੇ ਮੋਤੀ ਸੋਨਾ ਚਾਂਦੀ ਦਾ ਕੋਈ ਹਿਸਾਬ ਨਹੀਂ, ਸੋਨੇ ਦੇ ਬਰਤਨ, ਸੁਨਹਿਰੀ ਸ਼ਸਤਰ, ਤੇ ਕਹਿੰਦੇ ਜਿੱਡਾ
ਬਹੁਤ ਉੱਚਾ ਪਹਾੜ ਹੁੰਦਾ, ਇੰਨਾ ਕੱਪੜਿਆਂ ਦਾ ਢੇਰ ਸੀਗਾ, ਮਲਮਲ ਦੇ, ਰੇਸ਼ਮ ਦੇ, ਪਸ਼ਮੀਨੇ ਦੇ। ਕਲਗੀਧਰ ਪਾਤਸ਼ਾਹ ਨੇ ਕੱਢ ਕੇ ਅੱਗ ਲਵਾ ਦਿੱਤੀ ਤੇ 9.5 ਕਰੋੜ ਰੁਪਈਆ ਨਗਦ ਦਰਿਆ ਵਿੱਚ ਬੁਰਦਾ ਕਰ ਦਿੱਤਾ। ਹੀਰੇ ਮੋਤੀ ਸੋਨਾ ਚਾਂਦੀ। ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਪਹਿਲੇ ਇੱਕ 9 ਰੁਪਈਏ ਸੁੱਟਣੇ ਔਖੇ ਦਰਿਆ ਵਿੱਚ। ਸਭ ਕੁਝ ਬੁਰਦਾ ਕਰਕੇ ਮਾਤਾ ਨੇ ਆਖਿਆ ਸੀ, ਮਾਤਾ ਗੁਜਰੀ ਜੀ ਨੇ, ਸਿੰਘਾਂ ਨੂੰ ਦੇ ਦਿਓ। ਮਹਾਰਾਜ ਕਹਿੰਦੇ, ਮਾਤਾ ਤੂੰ ਮੈਨੂੰ ਜ਼ਹਿਰ ਦੇ ਸਕਦੀ, ਮੈਂ ਸਿੰਘਾਂ ਨੂੰ ਦੇ ਦੇਣਾ। ਕਹਿੰਦੀ ਮੈਂ ਕਿਵੇਂ ਆਪਣੇ ਪੁੱਤਰ ਨੂੰ ਜ਼ਹਿਰ ਦਿਆਂ? ਫਿਰ ਮਹਾਰਾਜ ਕਹਿੰਦੇ ਮੈਂ ਕਿਵੇਂ ਦਿਆਂ ਆਪਣੇ ਖਾਲਸੇ ਨੂੰ? ਸਭ ਕੁਝ ਤਿਆਗ ਕੇ ਤੇ ਮਾਛੀਵਾੜੇ ਦੇ ਜੰਗਲਾਂ 'ਚ ਪੁੱਤਰਾਂ ਨੂੰ ਵੀ ਵਾਰ ਕੇ ਆਖਿਆ ਸੀ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜਿਆਂ ਦਾ ਰਹਿਣਾ। ਇਹ ਜਾਗਦੀ ਜੋਤ ਕਰਕੇ ਹੀ ਸੀ। ਜਾਗਤ ਜੋਤ ਜਪੈ ਨਿਸ ਬਾਸੁਰ, ਜਾਗਤ ਜੋਤ ਜਪੈ ਨਿਸ ਬਾਸੁਰ। ਜਾਗਤ ਜੋਤ ਜਪੈ ਨਿਸ ਬਾਸੁਰ, ਜਾਗਤ ਜੋਤ ਜਪੈ ਨਿਸ ਬਾਸੁਰ। ਏਕ ਬਿਨਾ ਮਨ ਨੈਕ ਨ ਆਨੈ, ਏਕ ਬਿਨਾ ਮਨ ਨੈਕ ਨ ਆਨੈ। ਏਕ ਬਿਨਾ ਮਨ ਨੈਕ ਨ ਆਨੈ, ਏਕ ਬਿਨਾ ਮਨ ਨੈਕ ਨ ਆਨੈ। ਇੱਕ ਉਸ ਪਰਮ ਪਿਤਾ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਤੋਂ ਬਿਨਾਂ ਆਪਣੇ ਮਨ ਵਿੱਚ ਕਿਸੇ ਚੀਜ਼ ਦਾ ਮੋਹ ਨਾ ਲਿਆਵੇ, ਕਿਸੇ ਵਸਤੂ ਦਾ ਵੀ ਉਹਦੇ ਉੱਤੇ ਮਨ ਦੇ ਉੱਤੇ ਅਸਰ ਨਾ ਪਵੇ, ਉਹ ਖਾਲਸਾ ਹੈ। ਹਾਂਜੀ, ਪੂਰਨ ਪ੍ਰੇਮ ਪ੍ਰਤੀਤ ਸਜੈ। ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ ਆ, ਉਹਦੀ ਵਾਹਿਗੁਰੂ ਨਿਰੰਕਾਰ ਅਕਾਲ ਪੁਰਖ ਦੇ ਨਾਲ ਪੂਰਨ ਪ੍ਰੀਤੀ ਹੋਵੇ, ਪੂਰਨ ਪ੍ਰੇਮ। ਦੋ ਚੀਜ਼ਾਂ ਖਾਲਸਾ ਜੀ, ਇੱਕ ਹੁੰਦੀ ਪ੍ਰੀਤ, ਇੱਕ ਹੁੰਦੀ ਪ੍ਰਤੀਤ। ਪ੍ਰੀਤ ਹੁੰਦੀ ਹੈ ਪਿਆਰ, ਪ੍ਰਤੀਤ ਹੁੰਦੀ ਭਰੋਸਾ। ਕਈਆਂ ਨਾਲ ਅਸੀਂ ਪ੍ਰੀਤ ਕਰਦੇ ਹਾਂ, ਕਈਆਂ ਦੇ ਅਸੀਂ ਪ੍ਰਤੀਤ ਕਰਦੇ। ਕਿਸੇ ਨਾਲ ਪ੍ਰੀਤ ਕਰਦੇ ਹਾਂ, ਜ਼ਰੂਰੀ ਨਹੀਂ ਵੀ ਉਹਦੇ ਤੇ ਪ੍ਰਤੀਤ ਵੀ ਕਰਦੇ ਹੋਈਏ। ਪ੍ਰੀਤ ਤਾਂ ਹੈ ਬੱਚੇ ਤੇ, ਮੇਰਾ ਬੱਚਾ ਹੈ, ਬੜਾ ਪਿਆਰਾ ਹੈ, ਪਰ ਉਹਨੂੰ 500 ਦਾ ਨੋਟ ਨਹੀਂ ਫੜਾਵਾਂਗੇ, ਪਾੜ ਨਾ ਸੁੱਟੇ, ਇਹਦਾ ਕੀ ਭਰੋਸਾ ਹੈ, ਨਿਆਣਾ ਗਵਾ ਨਾ ਆਵੇ। ਪ੍ਰੇਮ ਤਾਂ ਹੈ ਪਰ ਭਰੋਸਾ ਕੋਈ ਨਹੀਂ, ਨਿਆਣਾ ਬੱਚਾ ਬੇਸਮਝ ਹੈ, ਸੁੱਟ ਦੇਗਾ, ਗਵਾ ਦੇਗਾ। ਕਿਸੇ ਸਿਆਣੇ ਬੰਦੇ ਤੇ ਭਰੋਸਾ ਹੈ, ਜ਼ਰੂਰੀ ਨਹੀਂ ਵੀ ਉਹਦੇ ਨਾਲ ਪਿਆਰ ਹੋਵੇ। ਬੰਦਾ ਠੀਕ ਹੈ ਕੰਮ ਦਾ, ਆਪਾਂ ਆਪਣਾ ਕੰਮ ਕਢਾ ਲਈਏ, ਆਪਾਂ ਕਿਉਂ ਪ੍ਰੇਮ ਕਰੀਏ ਉਹਦੇ ਨਾਲ? ਪਰ ਗੁਰੂ ਸਾਹਿਬ ਕਹਿੰਦੇ ਆ, ਇੱਕ ਤਰਫੀ ਗੱਲ ਨਹੀਂ ਬਣਨੀ, ਦੋਵੇਂ ਚਾਹੀਦੀਆਂ। ਉਸ ਪਰਮੇਸ਼ਰ ਨਾਲ ਤੇਰਾ ਪ੍ਰੇਮ ਵੀ ਸਿਖਰਾਂ ਦਾ ਹੋਵੇ ਤੇ ਉਹਦੇ ਤੇ ਭਰੋਸਾ ਵੀ ਹੋਵੇ ਵੀ ਸਦਾ ਮੇਰੇ ਅੰਗ ਸੰਗ ਹੈ। ਆਖੋ ਸ੍ਰੀ ਵਾਹਿਗੁਰੂ। ਪੂਰਾ ਵਿਸ਼ਵਾਸ ਹੋਵੇ ਕਿ ਉਹ ਪਰਮੇਸ਼ਰ ਮੇਰੇ ਨਾਲ ਹੈ। ਪੂਰਨ ਪ੍ਰੇਮ ਪ੍ਰਤੀਤ ਸਜੈ ਵਰਤ। ਕਈ ਸੰਪਰਦਾਇ ਦੋਵੇਂ ਤਰ੍ਹਾਂ ਦੇ ਅਰਥ ਤੇ ਵਿਸਰਾਮ ਲਾਏ ਗਏ। ਕਹਿੰਦੇ ਐਸਾ ਵਰਤ ਧਾਰਨ ਕਰ ਲਵੇ। ਕੈਸਾ ਵਰਤ ਧਾਰਨ ਕਰ ਲਵੇ? ਪ੍ਰੀਤ ਔਰ ਪ੍ਰਤੀਤ ਦਾ, ਪਰਮੇਸ਼ਰ ਦੇ ਨਾਲ ਪ੍ਰੇਮ ਕਰਨ ਦਾ ਵਰਤ, ਭੁੱਖੇ ਰਹਿਣ ਦਾ ਵਰਤ ਨਹੀਂ ਹੈ ਵੀ ਆਪਾਂ ਅੱਜ ਸੋਮਵਾਰ ਹੈ ਵਰਤ ਰੱਖ ਲਿਆ, ਮੰਗਲਵਾਰ ਹੈ ਵਰਤ ਰੱਖ ਲਿਆ, ਪੂਰਨਮਾਸ਼ੀ ਹੈ ਵਰਤ ਰੱਖ ਲਿਆ। ਪਰ ਨਹੀਂ, ਵਰਤ ਰੱਖਣਾ ਤਾਂ ਪ੍ਰੇਮ ਦਾ ਰੱਖ, ਵਰਤ ਰੱਖਣਾ ਤਾਂ ਭਰੋਸੇ ਦਾ ਰੱਖ, ਵਾਹਿਗੁਰੂ ਤੇ ਭਰੋਸਾ ਰੱਖ। ਐਸੇ ਮਹਾਂਪੁਰਸ਼ ਹੋਏ ਬਾਬਾ ਆਨੰਦ ਸਿੰਘ ਜੀ ਮਹਾਰਾਜ, ਕਹਿੰਦੇ ਵੀ ਭਰੋਸਾ ਸੀ ਰੱਬ ਤੇ ਰੋਟੀ ਭੇਜੇਗਾ ਤੇ ਖਾਵਾਂਗੇ, ਨਹੀਂ ਤੇ ਬੈਠੇ ਆਪਣੇ ਚੁੱਲ੍ਹੇ ਤੇ ਨਹੀਂ ਪਕਾਈ। ਭਾਵੇਂ ਅੱਜ ਅਸੀਂ ਰੀਸਾਂ ਤੇ ਕਰ ਲੈਂਦੇ ਹਾਂ ਉਹਨਾਂ ਦੀਆਂ, ਪਰ ਪਹਿਲਾਂ ਟੈਲੀਫੋਨ ਕਰ ਦਿੰਦੇ ਆ ਵੀ ਅਸੀਂ ਬੈਠੇ ਆ, ਰੋਟੀ ਭੇਜ ਦਿਆ ਜੇ। ਉਹ ਗੱਲ ਹੋਰ ਹੈ, ਉਹਨਾਂ ਨੇ ਟੈਲੀਫੋਨ ਤਾਂ ਨਹੀਂ ਕੀਤਾ, ਉਹਨਾਂ ਤੇ ਬੈਠੇ ਆ ਵੀ ਆਏਗਾ ਪਰਮੇਸ਼ਰ ਤੇ ਖਾਵਾਂਗੇ। ਕੈਸੇ ਮਹਾਂਪੁਰਸ਼ਾਂ ਦੀਆਂ ਖੇਡਾਂ। ਭਰੋਸਾ ਵੀ ਹੋਵੇ ਤੇ ਵਿਸ਼ਵਾਸ ਤੇ ਫਿਰ ਨਾਲ ਪ੍ਰੇਮ ਹੋਵੇ ਉਹਦੇ ਨਾਲ, ਐਸਾ ਵਰਤ ਹੋਵੇ। ਹਾਂਜੀ, ਗੋਰ ਮੜੀ ਮਟ ਭੂਲ ਨਾ ਮੰਨੈ। ਗੋਰਾਂ ਮੜੀਆਂ ਮਟਾਂ ਨੂੰ ਭੁੱਲ ਕੇ ਵੀ ਨਾ ਮੰਨੇ, ਕਿਉਂਕਿ ਜਿਹੜੀਆਂ ਆਪ ਹੀ ਮੜੀਆਂ ਹਨ ਸਾਡਾ ਕੀ ਸਵਾਰਨਗੀਆਂ। ਕਬਰਾਂ ਮੜੀਆਂ
ਮਹਾਰਾਜ ਕਹਿੰਦੇ ਇੱਕ ਮੜੀਅਨ ਕਬਰ ਨਵੇ ਜਾਹੀ ਦੁਹਨ ਮੇ ਪਰਮੇਸ਼ਰ ਨਾਹੀ। ਹਿੰਦੂ ਮੜੀਆਂ ਨੂੰ ਪੂਜੀ ਜਾਂਦੇ, ਮੁਸਲਮਾਨ ਕਬਰਾਂ ਨੂੰ। ਰੱਬ ਦੋਵਾਂ ਵਿੱਚ ਹੀ ਨਹੀਂ ਹੈ। ਉਹ ਰੱਬ ਤੇ ਬੰਦੇ ਦੇ ਵਿੱਚ ਹੈ। ਬੰਦੇ ਨੂੰ ਤੇ ਮਾਰ ਦਿੰਦੇ ਆ, ਫਟਾਫਟ ਚੱਕ ਦਿਓ ਫੱਟੇ ਦੇ, ਇਹਨੂੰ ਮਾਰ ਦਿਓ, ਵੱਢ ਦਿਓ। ਜਿਹਦੇ ਵਿੱਚ ਵਾਹਿਗੁਰੂ ਵਸਦਾ ਉਹਨੂੰ ਮਾਰ ਦਿਓ, ਤੇ ਜਿੱਥੇ ਮਿੱਟੀ ਹੈ ਉਹਨੂੰ ਪੂਜੀ ਜਾਓ। ਕੈਸੀ ਅਨੋਖੀ ਦੁਨੀਆ ਦੀ ਚਾਲ ਹੈ। ਮਹਾਰਾਜ ਕਹਿੰਦੇ ਮੇਰਾ ਖਾਲਸਾ ਮੜੀਆਂ ਕਬਰਾਂ ਤੇ ਸਿਰ ਨਾ ਝੁਕਾਵੇ, ਭੁੱਲ ਕੇ ਵੀ ਨਾ। ਉਹ ਜਾਗਦੀ ਜੋਤ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਗਦੀ ਜੋਤ ਹੈ। ਅਕਾਲ ਪੁਰਖ ਵਾਹਿਗੁਰੂ ਦਾ ਪ੍ਰਕਾਸ਼ ਹੈ ਇਹਦੇ ਵਿੱਚ। ਇਸ ਜਾਗਦੀ ਜੋਤ ਨੂੰ ਛੱਡ ਕੇ ਮੜੀਆਂ ਕਬਰਾਂ ਤੇ ਭੁੱਲ ਕੇ ਵੀ ਨਾ ਜਾਵੇ। ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਨੈਕ ਪਛਾਨੈ। ਇੱਕ ਵਾਹਿਗੁਰੂ ਨੂੰ ਛੱਡ ਕੇ ਹੋਰ ਕਿਸੇ ਨੂੰ ਥੋੜਾ ਜਿੰਨਾ ਵੀ ਨਾ ਪਛਾਣੇ ਭਾਵ ਉਹਨਾਂ ਨਾਲ। ਮਹਾਰਾਜ ਜਿਵੇਂ ਕਹਿੰਦੇ ਨਾ ਕਿ ਕਾਨ ਸੁਣੇ ਪਹਿਚਾਨ ਨਾ ਤਿੰਨ ਸੋ। ਮੈਂ ਕੰਨਾਂ ਨਾਲ ਜ਼ਰੂਰ ਸੁਣਿਆ ਪਰ ਮੇਰੀ ਉਹਨਾਂ ਨਾਲ ਜਾਣ ਪਛਾਣ ਕੋਈ ਨਹੀਂ। ਤੀਰਥ ਦਾਨ ਦਇਆ ਤਪ ਸੰਜਮ, ਇਹਦੇ ਦੋ ਅਰਥ ਖਾਲਸਾ ਜੀ, ਕਿਉਂਕਿ ਅਵਸਥਾ ਦੇ ਮੁਤਾਬਕ ਅਰਥ ਹੁੰਦੇ ਆ। ਇੱਕ ਨਿਸ਼ੇਧ ਪੱਖ ਤੋਂ ਹੁੰਦੇ, ਇੱਕ ਵਿਧੇਯ ਪੱਖ ਤੋਂ ਹੁੰਦੇ। ਨਿਸ਼ੇਧ ਪੱਖ ਤੋਂ ਅਰਥ ਇਹ ਹੈ ਵੀ ਗੁਰੂ ਕਾ ਖਾਲਸਾ ਫੋਕਟ ਤੀਰਥਾਂ ਦੇ ਉੱਤੇ ਭਟਕ ਕੇ ਆਪਣਾ ਸਮਾਂ ਨਾ ਖਰਾਬ ਕਰੇ। ਦਾਨ ਹੰਕਾਰੀਆਂ ਵਾਲਾ, ਮੈਂ ਇੰਨਾ ਦਾਨੀ ਆ, ਮੈਂ ਸੋਨਾ ਦਾਨ ਕੀਤਾ, ਮੈਂ ਚਾਂਦੀ ਦਾਨ ਕੀਤੀ, ਮੈਂ ਆਹ ਦਾਨ ਕੀਤਾ, ਗੁਰਦੁਆਰਿਆਂ 'ਚ ਮੈਂ ਇੰਨੇ ਪੱਖੇ ਲਵਾਏ, ਇੰਨੇ ਕੂਲਰ ਲਵਾਏ, ਇਹੋ ਜਿਹਾ ਵਿਖਾਵੇ ਦਾ ਦਾਨ ਨਾ ਕਰੇ। ਔਰ ਕਰੜਾ ਤਪ, ਸਰੀਰ ਨੂੰ ਕਸ਼ਟ ਦੇਣ ਵਾਲਾ ਤੇ ਵਿਖਾਵੇ ਦੀ ਦਇਆ ਤੇ ਵਿਖਾਵੇ ਦਾ ਸੰਜਮ ਨਾ ਕਰੇ, ਵਿਖਾਵੇ ਦਾ ਨਾ ਕਰੇ। ਇਹਨਾਂ ਵੱਲ ਧਿਆਨ ਨਾ ਦੇਵੇ, ਇੱਕ ਪਰਮੇਸ਼ਰ ਨਾਲ ਜੁੜ ਜਾਵੇ। ਦੂਜਾ ਵਿਧੇਯ ਪੱਖ ਤੋਂ ਅਰਥ ਹੈ, ਕਿਉਂਕਿ ਬਾਣੀ ਸਾਰੇ ਪੱਖਾਂ ਤੋਂ ਪ੍ਰਕਾਸ਼ ਪਾਉਂਦੀ ਹੈ। ਤੀਰਥ ਦਾਨ ਦਇਆ ਤਪ ਸੰਜਮ, ਖਾਲਸੇ ਦਾ ਇਹੀ ਤੀਰਥ ਹੈ, ਇਹੀ ਦਾਨ ਹੈ, ਇਹੀ ਤਪ ਹੈ, ਇਹੀ ਦਇਆ ਹੈ, ਇਹੀ ਸੰਜਮ ਹੈ ਕਿ ਉਹ ਇੱਕ ਅਕਾਲ ਪੁਰਖ ਨਾਲ ਜੁੜ ਜਾਵੇ। ਤੀਸਰਾ ਅਰਥ ਹੈ ਕਿ ਖਾਲਸਾ ਤੀਰਥ ਤੇ ਜਾਵੇ। ਸ੍ਰੀ ਅੰਮ੍ਰਿਤਸਰ ਸਾਹਿਬ, ਹਜੂਰ ਸਾਹਿਬ, ਹੇਮਕੁੰਟ ਸਾਹਿਬ, ਕਿੰਨੇ ਪਾਵਨ ਤੀਰਥ ਨੇ ਜਿੱਥੇ ਜਾਣਾ ਜ਼ਰੂਰੀ ਹੈ। ਤਪ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਇਹ ਤਪ ਹੈ। ਜਦੋਂ ਨੀਂਦ ਆਉਂਦੀ ਹੈ ਵੀ ਚਲੋ ਹੋਰ ਘੜੀ ਸੌਂ ਲਈਏ, ਉਦੋਂ ਉੱਠਣਾ ਤਪ ਹੈ। ਗੁਰਦੁਆਰੇ ਵਿੱਚ ਜਾ ਕੇ ਮੀਂਹ ਕਣੀ ਪੈਂਦਾ ਹੋਵੇ, ਗੁਰੂ ਘਰ ਦੇ ਜੋੜੇ ਝਾੜਨੇ, ਸੇਵਾ ਕਰਨਾ ਤਪ ਹੈ। ਸਤਿਗੁਰ ਗੁਰ ਸੇਵਾ ਤਪਾਂ ਸਿਰ ਤਪਸਾਰ, ਗੁਰੂ ਦੀ ਸੇਵਾ ਤਪਾਂ ਚੋਂ ਸ੍ਰੇਸ਼ਟ ਤਪ ਹੈ। ਕਹਿੰਦੇ ਇਹ ਸਾਰਾ ਕੁਝ ਕਰਦਿਆਂ ਹੋਇਆਂ, ਜਿਵੇਂ ਭਗਵਾਨ ਕ੍ਰਿਸ਼ਨ ਜੀ ਗੀਤਾ 'ਚ ਕਹਿੰਦੇ, ਅਰਜਨ ਸ਼ੁਭ ਕਰਮ ਕਰ ਤੂੰ, ਕਰਮ ਨਹੀਂ ਛਡਾਇਆ ਪਰ ਕਰਮ ਮੈਨੂੰ ਸੌਂਪ ਦੇ, ਵੀ ਮੈਂ ਨਹੀਂ ਕਰ ਰਿਹਾ, ਵਾਹਿਗੁਰੂ ਤੇਰਾ ਹੀ ਹੈ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗਾ ਮੇਰਾ। ਕਰਮ ਦੇ ਫਲ ਦੀ ਇੱਛਾ ਤਿਆਗ, ਕਿ ਮੈਨੂੰ ਕਰਮ ਦਾ ਫਲ ਮਿਲੇ, ਇਹ ਭਾਵਨਾ ਛੱਡ ਦੇ। ਤਾਂ ਸ੍ਰੀ ਕਲਗੀਧਰ ਪਾਤਸ਼ਾਹ ਕਹਿੰਦੇ ਉਹਦਾ ਕੀਤਾ ਹੋਇਆ ਤੀਰਥ ਸਫਲ ਹੈ। ਉਹਦਾ ਕੀਤਾ ਹੋਇਆ ਦਾਨ, ਦਾਨ ਤੋਂ ਰੋਕਿਆ ਨਹੀਂ। ਅੱਜ ਕੱਲ੍ਹ ਸਾਡਾ ਪ੍ਰਚਾਰ ਇਹੋ ਜਿਹਾ, ਇੱਕ ਪਾਸੇ ਤੁਰ ਪੈਂਦੇ ਆ, ਦਾਨ ਦਾ ਖੰਡਨ ਕਰੇ ਤੇ ਦਾਨ ਦਾ ਗੁਰੂ ਘਰ 'ਚ ਹੈ ਹੀ ਨਹੀਂ। ਗੁਰੂ ਕਹਿ ਰਹੇ ਹੋ ਜੇ ਗੁਰੂ ਘਰ ਦੇ ਵਿੱਚ ਲੰਗਰ ਪ੍ਰਸ਼ਾਦ ਦੀ ਸੇਵਾ ਨਾ ਕਰਾਂਗੇ, ਕਿਵੇਂ ਗੁਰੂ ਕੇ ਲੰਗਰ ਚੱਲਣਗੇ? ਸੇਵਾ ਵੀ ਤਾਂ ਕਰਨੀ ਹੈ, ਪਰ ਉਹਦਾ ਹੰਕਾਰ ਨਾ ਹੋਵੇ ਵੀ ਮੈਂ ਦਾਨੀ ਹਾਂ, ਬਲਕਿ ਇੱਦਾਂ ਸੌਂਪੇ ਵੀ ਤੇਰਾ ਤੈਨੂੰ ਦੇ ਰਿਹਾ, ਤੇਰਾ ਤੁਝ ਕੋ ਸੌਂਪ ਤੇ, ਮੇਰਾ ਕੁਝ ਨਹੀਂ ਹੈ। ਐਸੀ ਭਾਵਨਾ ਨਾਲ ਜੋ ਸੌਂਪ ਕੇ ਦਾਨ ਕਰੇ, ਉਹਦਾ ਦਾਨ ਵੀ ਸਫਲ ਹੈ। ਨਾ ਏਕ ਪਛਾਨ ਹੈ, ਸਾਰਿਆਂ ਕਿਰਿਆਵਾਂ ਵਿੱਚ, ਸਾਰੇ ਕਰਮਾਂ ਧਰਮਾਂ 'ਚ ਇੱਕ ਤੋਂ ਬਿਨਾਂ ਦੂਜਾ ਕੁਛ ਨਹੀਂ। ਐਸਾ ਜਾਣ ਲਵੇ ਮੈਂ ਕਰਤਾ ਨਹੀਂ ਹੈ, ਤੂੰ ਹੀ ਕਰਤਾ ਹੈ। ਜਬ ਇਹ ਜਾਣੈ ਮੈਂ ਕਿਛ ਕਰਤਾ, ਤਬਲਾ ਗਰਭ ਜੋਨ ਮੈਂ ਫਿਰਤਾ। ਹਾਂਜੀ, ਪੂਰਨ ਜੋਤ ਜਗੈ ਘਟ ਮੈਂ, ਜਦੋਂ ਹਿਰਦੇ ਵਿੱਚ ਅਕਾਲ ਪੁਰਖ ਦੀ ਪਰਿਪੂਰਨ ਦੀ ਜੋਤ ਜਾਗ ਪੈਂਦੀ ਹੈ, ਤਬ ਖਾਲਸ ਤਾਹੇ ਨਖਾਲਸ ਜਾਣੈ। ਮਹਾਰਾਜ ਕਹਿੰਦੇ ਸ਼ੁੱਧ ਸਰੂਪ ਹੋ ਜਾਂਦਾ, ਆਤਮਾ ਪਰਮਾਤਮਾ ਹੋ ਜਾਂਦੀ ਹੈ। ਉਸ ਵੇਲੇ ਤੋਈ ਮੋਈ ਮੋਈ ਤੋਈ ਅੰਤਰ ਕੈਸਾ ਵਾਲੀ ਅਵਸਥਾ ਹੁੰਦੀ ਹੈ, ਉਹਨੂੰ ਪੂਰਨ ਖਾਲਸਾ ਕਹਿੰਦੇ ਆ। ਸਾਧ ਸੰਗਤ ਜੀ, ਵੈਸੇ ਤਾਂ ਮੈਂ ਵੀ ਕਿਰਪਾਨ ਵੱਡੀ ਪਾਈ ਹੋਈ ਹੈ, ਤੇ ਮੈਨੂੰ ਕੋਈ ਪੁੱਛੇ ਵੀ ਗੁਰੂ ਵਾਲੇ, ਹਾਂਜੀ ਗੁਰੂ ਵਾਲੇ ਆ, ਸਾਡਾ ਕੌਣ ਰੀਸ ਕਰਦਾ, ਦੂਜੇ ਨੂੰ ਮੋਢਾ ਮਾਰ ਕੇ ਲੰਘਦੇ ਹਾਂ ਅਸੀਂ।
ਮੈਂ ਕਈ ਵਾਰੀ ਵੇਖਿਆ ਜਦੋਂ ਤੇ ਸਹਿਜਧਾਰੀ ਹੁੰਦੇ ਆ ਨਾ, ਉਦੋਂ ਤੇ ਚੰਗੀ ਸੇਵਾ ਕਰਦੇ ਗੁਰਦੁਆਰੇ। ਜਦੋਂ ਦਾੜਾ ਕੇਸ ਰੱਖ ਲੈਂਦੇ ਆ ਫਿਰ ਉਹ ਕਿਸੇ ਦੀ ਪਰਵਾਹ ਹੀ ਨਹੀਂ ਕਰਦੇ, ਕਹਿੰਦੇ ਪਰੇ ਹੋ, ਮੈਂ ਹੁਣ ਗੁਰੂ ਵਾਲਾ। ਪਰ ਖਾਲਸਾ ਜੀ ਉਹ ਗੱਲ ਅਜੇ ਦੂਰ ਹੈ। ਆਖੋ ਸ੍ਰੀ ਵਾਹਿਗੁਰੂ, ਗੁੱਸਾ ਨਾ ਕਰਿਆ ਜੇ ਮੇਰੀ ਗੱਲ ਦਾ, ਉਹ ਘਰ ਅਜੇ ਦੂਰ ਹੈ। ਕਬੀਰ ਸਾਹਿਬ ਕਹਿੰਦੇ, ਕਬੀਰ ਗੁਰ ਲਾਗਾ ਤਬ ਜਾਨੀ ਹੈ, ਮਿਟੈ ਮੋਹ ਤਨ ਤਾਪ, ਹਰਖ ਸੋਗ ਦਾਝੈ ਨਹੀਂ, ਤਬ ਹਰ ਆਪ ਹੈ ਆਪ। ਗੁਰੂ ਵਾਲਾ ਉਦੋਂ ਬਣੇਗਾ ਜਦੋਂ ਤੈਨੂੰ ਇਸ ਸਰੀਰ ਦਾ ਮੋਹ ਵੀ ਨਹੀਂ ਰਹੇਗਾ। ਅਜੇ ਤਾਂ ਤੈਨੂੰ ਹਰ ਗੱਲ ਦਾ ਮੋਹ ਹੈ। ਠੀਕ ਹੈ, ਇਹਦੇ ਆਪਾਂ ਦਾਖਲਾ ਲਿਆ, ਅਜੇ ਸਕੂਲ ਵਿੱਚ ਆਪਾਂ ਦਾਖਲ ਹੋਏ ਆ। ਊੜਾ ਜਿਹੜਾ ਸ਼ੁਰੂ ਕਰ ਦਿਓ, ਪੜ੍ਹਨਾ ਸ਼ੁਰੂ ਕਰ ਦਿਓ, ਕਦੀ ਨਾ ਕਦੀ ਪਹੁੰਚੋਗੇ। ਪਰ ਜੇ ਪਹਿਲੀ ਕਲਾਸ ਵਾਲਾ ਹੀ ਕਹੇ ਮੈਂ ਪ੍ਰੋਫੈਸਰ ਹਾਂ, ਫਿਰ ਗੱਲ ਨਹੀਂ ਬਣਦੀ। ਅਜੇ ਆਪਾਂ ਸਾਰੇ ਅਜੋ ਸੋ ਨਾਮ ਸਮੁੰਦਰ ਮੈਂ, ਕਿਆ ਜਾਣੋ ਕਿਆ ਹੋਏ। ਤਰਲਾ ਮਿਹਨਤੀ ਹੈ ਪਾਤਸ਼ਾਹ ਦੇ ਚਰਨਾਂ 'ਚ। ਸਮਾਂ ਹੋ ਚੁੱਕਾ ਹੈ, ਸੋ ਇਤਨੇ ਹੀ ਬਚਨ ਪ੍ਰਵਾਨ ਕਰਨੇ। ਅਖੀਰਲੀ ਪੰਕਤੀ ਸਰਵਣ ਕਰੀਏ ਜੀ। ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਨੈਕ ਪਛਾਨੈ। ਪੂਰਨ ਜੋਤ ਜਗੈ ਘਟ ਮੈਂ ਤਬ, ਖਾਲਸ ਤਾਹੇ ਨ ਖਾਲਸ ਜਾਣੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ